ਜਾਂਦਾ ਹੈ कि आज्ञा भई अकाल की तभी चलायो पंथ सब सिखन को हुक्म है गुरु मान्यो ग्रंथ। गुरु ग्रंथ जी मान्यो प्रगट गुरां की दे जो प्रभ को मिलबो चाहे खोज शब्द मैले। ਇਹ ਸੰਸਾਰ ਦੀ ਸਮਝ ਲਓ ਸਭ ਤੋਂ ਵੱਡੀ ਦੁਨੀਆ ਦੇ ਉੱਤੇ ਕ੍ਰਾਂਤੀ ਘਟਨਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਣਾ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ ਤੇ ਗੁਰੂ ਸਾਹਿਬ ਜੀ ਦਾ ਬਾਣੀ ਨੂੰ ਸ਼ਬਦ ਗੁਰੂ ਨੂੰ ਅਸਥਾਪਨ ਕਰਨਾ। ਅਸਲ ਦੇ ਵਿੱਚ ਸ਼ਬਦ ਨੂੰ ਗੁਰੂ ਕਹਿਣਾ। ਜਦੋਂ ਗੁਰੂ ਸਾਹਿਬ ਜੀ ਨੂੰ ਪੁੱਛਿਆ ਜਾਂਦਾ ਹੈ ਕਵਨ ਆਰੰਭ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਤੇ ਗੁਰੂ ਸਾਹਿਬ ਜੀ ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਨੂੰ ਗੁਰੂ ਸਾਹਿਬ ਜੀ ਨੇ ਗੁਰੂ ਕਿਹਾ ਹੈ। ਤੇ ਇਹ ਏਡੀ ਵੱਡੀ ਇੱਕ ਕਿਸੇ ਵਿਦਵਾਨ ਦਾ ਤੁਹਾਡੇ ਨਾਲ ਉਹਨੇ ਇੱਕ ਜਿਹੜੀ ਸਟੇਟਮੈਂਟ ਦਿੱਤੀ ਵੀ ਆ ਸਿੰਗਲ ਅਖਰੰਸ no matter how small can change the course of entire universe forever। ਵੀ ਇੱਕ ਛੋਟੀ ਜਿਹੀ ਵੀ ਘਟਨਾ ਜੇ ਸਾਰਾ ਸੰਸਾਰ ਦਾ ਇਤਿਹਾਸ ਪੜ੍ਹਿਆ ਜਾਏ ਨਾ ਵਰਲਡ ਦਾ ਤੇ ਕਈ ਵਾਰੀ ਸਾਰੇ ਬ੍ਰਹਿਮੰਡ ਦੇ ਕੋਰਸ ਨੂੰ ਰਾਹ ਨੂੰ ਹੀ ਚੇਂਜ ਕਰ ਦਿੰਦੀ ਰਹੀ। ਤੇ ਸਮਝ ਲਓ ਧਰਮਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਦੁਨੀਆ ਦੇ ਵਿੱਚ ਪ੍ਰਗਟ ਹੋਣਾ ਤੇ ਸ਼ਬਦ ਨੂੰ ਗੁਰੂ ਕਹਿਣਾ, ਜਿਹੜਾ ਸਾਡਾ ਸਾਰਾ ਸਪਿਰਚੁਅਲ ਜਿਹੜਾ ਰਾਹ ਹੈ ਨਾ ਜਰਨੀ, ਉਹਨੂੰ ਗੁਰੂ ਸਾਹਿਬ ਜੀ ਨੇ ਚੇਂਜ ਕਰਕੇ ਇੱਕ ਵੱਖਰਾ ਮਰਤਬਾ ਬਖਸ਼ਿਸ਼ ਕੀਤਾ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਬਦ ਨੂੰ ਗੁਰੂ ਕਿਹਾ। ਬਾਕੀ ਗੁਰੂ ਸਾਹਿਬਾਨ ਦੇ ਵੀ ਬਹੁਤ ਸਾਰੇ ਸ਼ਬਦ ਨੇ, ਜਿਵੇਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਤੇ ਗੁਰਤਾ ਗੱਦੀ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਦਿੱਤੀ ਗਈ ਹੈ। ਪਰ ਇੱਕ ਵਿਦਵਾਨ ਦਾ ਕਥਨ ਹੈ, ਉਹ ਕਹਿੰਦਾ ਜਿੱਦਣ ਦੀ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਹੈ ਨਾ, ਵੈਸੇ ਉਹਨੂੰ ਮੰਨ ਕੇ ਚੱਲਣਾ, ਸ਼ਬਦ ਨੂੰ ਗੁਰੂ ਮੰਨਣਾ, ਇਹ ਬੜਾ ਅਸਲ ਦੇ ਵਿੱਚ ਗਿਆਨਵਾਨ ਹੋਣ ਦਾ ਸਬੂਤ ਹੈ। ਜੇ ਗਿਆਨਵਾਨ ਬੰਦਾ ਨਾ ਹੋਵੇ ਤੇ ਉਹ ਸ਼ਬਦ ਨੂੰ ਗੁਰੂ ਨਹੀਂ ਮੰਨ ਸਕਦਾ। ਪ੍ਰੈਕਟੀਕਲ ਤੌਰ ਤੇ ਬੜੀ ਵੱਡੀ ਗੱਲ ਹੈ। ਇਸ ਕਰਕੇ ਇੱਕ ਵਾਰੀ ਸਿੱਖਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਨਾ ਡਾਕਟਰ ਇੰਦਰ ਕੁਮਾਰ ਗੁਜਰਾਲ ਨੇ ਗੱਲ ਕਹੀ ਸੀ, ਪ੍ਰਾਈਮ ਮਿਨਿਸਟਰ ਨੇ, ਕਿ ਸਿੱਖੋ ਤੁਸੀਂ ਕਦੇ ਅਨਪੜ੍ਹ ਨਹੀਂ ਹੋ ਸਕਦੇ, ਕਿਉਂਕਿ ਤੁਹਾਡਾ ਗੁਰੂ ਹੀ ਗੁਰੂ ਗ੍ਰੰਥ ਸਾਹਿਬ ਹੈ। ਤੇ ਕਿਉਂਕਿ ਤੁਸੀਂ ਕਿਸੇ ਹੋਰ ਧਾਰਮਿਕ ਸਥਾਨ ਤੇ ਜਾਓ, ਤੁਹਾਨੂੰ ਕਈ ਵਾਰੀ ਕਿਹਾ ਜਾਂਦਾ ਵੀ ਟੱਲ ਖੜਕਾ ਦਿਓ ਤੇ ਮੱਥਾ ਟੇਕ ਦਿਓ, ਤੁਹਾਡੀ ਹਾਜ਼ਰੀ ਲੱਗ ਗਈ, ਬਸ ਤੁਸੀਂ ਵਿਜ਼ਿਟ ਕੀਤਾ ਹੈ। ਪਰ ਧਾਰਮਿਕ ਸਥਾਨ ਜਿਹੜਾ ਖਾਸ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਕੇਵਲ ਮੱਥਾ ਟੇਕਣ ਦੇ ਨਾਲ ਹਾਜ਼ਰੀ ਨਹੀਂ ਲੱਗਦੀ। ਇੱਕ ਤੇ ਸੀਸ ਨਵਾਇਆ ਕਿਆ ਥੀਆ ਜਾਂ ਸਿੱਧੇ ਹਿਰਦੈ ਸੁੱਧੇ ਜਾਹੇ। ਇਸ ਕਰਕੇ ਇੱਥੇ ਬਹਿ ਕੇ ਬਾਣੀ ਨੂੰ ਸਰਵਨ ਕਰਨਾ ਪਏਗਾ, ਉਹਨੂੰ ਅਪਣਾਉਣਾ ਪਏਗਾ। ਤੇ ਬਾਣੀ ਆਪਣੇ ਆਪ ਦੇ ਵਿੱਚ ਇੱਕ ਪ੍ਰੋਪਰ ਐਜੂਕੇਸ਼ਨ ਹੈ, ਜਿਹਨੂੰ ਸਮਝਣ ਤੋਂ ਬਾਅਦ ਕੋਈ ਵੀ ਬੰਦਾ ਅਨਪੜ੍ਹਤਾ ਦਾ ਵਹਿਮਾਂ ਭਰਮਾਂ ਦਾ ਸ਼ਿਕਾਰ ਰਹਿੰਦਾ ਹੀ ਨਹੀਂ। ਇਸ ਕਰਕੇ ਉਹਨੇ ਜ਼ਿਕਰ ਕੀਤਾ ਸੀ ਵੀ ਸਿੱਖੋ ਤੁਸੀਂ ਕਦੇ ਅਨਪੜ੍ਹ ਨਹੀਂ ਹੋ ਸਕਦੇ, ਕਿਉਂਕਿ ਤੁਹਾਡਾ ਗੁਰੂ ਹੀ ਗੁਰੂ ਗ੍ਰੰਥ ਸਾਹਿਬ ਹੈ। ਤੇ ਗੁਰੂ ਸਾਹਿਬ ਜੀ ਨੇ ਸਾਨੂੰ ਹੁਕਮ ਵੀ ਕੀਤਾ ਹੈ ਕਿ ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇ। ਤੇ ਸ਼ਬਦ ਦੇ ਵਿੱਚੋਂ ਖੋਜਣ ਵਾਲੇ ਨਾ, ਅੱਜ ਮੈਨੂੰ ਮਾਫ ਕਰਨਾ, ਸਾਡੀ ਸਿੱਖੀਜ਼ਮ ਦੇ ਵਿੱਚ ਵੀ ਖਾਸ ਕਰਕੇ ਬੜੇ ਘੱਟ ਹਿਰਦੇ ਨੇ। ਇਸ ਕਰਕੇ ਇੱਕ ਵਿਦਵਾਨ ਨੇ ਕਿਤਾਬ ਲਿਖੀ ਹੈ ਗੁਰੂ ਗ੍ਰੰਥ ਸਾਹਿਬ ਅਜੋਕੇ ਪ੍ਰਸੰਗ ਦੇ ਵਿੱਚ, ਪ੍ਰੋਫੈਸਰ ਆਫ ਸਿੱਖੀਜ਼ਮ ਗੁਰਤੇਜ ਸਿੰਘ ਜੀ ਨੇ, ਉਹਨਾਂ ਨੇ ਜ਼ਿਕਰ ਕੀਤਾ ਵੀ ਅਸਲ ਦੇ ਵਿੱਚ ਬੰਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਾ ਦੇਹ ਨੂੰ ਫੋਲੋ ਕਰਨਾ ਚਾਹੁੰਦਾ ਤੇ ਲੱਭ ਰਿਹਾ ਹੈ। ਜਦੋਂ ਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ, ਸਾਡੇ ਖਿਆਲਾਂ 'ਚ ਵੀ ਕਈ ਵਾਰੀ ਇਹੋ ਜਿਹੀਆਂ ਗੱਲਾਂ ਜ਼ਿਆਦਾ ਆ ਜਾਂਦੀਆਂ। ਜਿਵੇਂ ਐਗਜ਼ਾਮਪਲ ਦੇ ਤੌਰ ਤੇ ਉਹਨਾਂ ਨੇ ਜ਼ਿਕਰ ਕੀਤਾ ਵੀ ਮੈਂ ਕਿਸੇ ਧਾਰਮਿਕ ਕਲਾਸ ਲਾ ਰਿਹਾ ਸੀ ਬੱਚਿਆਂ ਦੀ, ਤੇ ਉੱਥੇ ਇੱਕ ਨੌਜਵਾਨ ਬੱਚੀ ਨੇ ਸਵਾਲ ਕੀਤਾ
ਉਹਦਾ ਅੰਦਰ ਦੀ ਜਗਿਆਸਾ ਸੀ। ਕਹਿਣ ਲੱਗੀ ਭਾਈ ਸਾਹਿਬ ਕਿੰਨਾ ਚੰਗਾ ਹੁੰਦਾ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਜੇ ਕਿਧਰੇ ਆ ਵੀਡੀਓ ਫਿਲਮਿੰਗ ਵਾਲਾ ਕੈਮਰਾ ਬਣ ਚੁੱਕਾ ਹੁੰਦਾ, ਆਪਾਂ ਉਦੋਂ ਹੀ ਉਹਨਾਂ ਦੇ ਸਾਰੀ ਜਿੱਥੇ ਜਿੱਥੇ ਉਹਨਾਂ ਨੇ ਟਰੈਵਲ ਕੀਤਾ, ਉਪਦੇਸ਼ ਦਿੱਤੇ, ਉਹਨਾਂ ਨੂੰ ਮੂਵੀ ਜਿਹੜਾ ਰੀਲ ਬਣਾ ਕੇ ਰੱਖ ਲੈਂਦੇ, ਤੇ ਜਦੋਂ ਦਿਲ ਕਰਦਾ ਉਦੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਲਿਆ ਕਰਦੇ। ਹੁਣ ਇਹ ਗੱਲ ਸੁਣਨ ਦੇ ਵਿੱਚ ਬੜੀ ਸ਼ਰਧਾ ਦੀ ਜਿਹੜੀ ਪ੍ਰਤੀਕ ਲੱਗਦੀ ਹੈ, ਸ਼ਰਧਾ ਲੱਗਦੀ ਇਹਦੇ ਵਿੱਚ। ਪਰ ਕਹਿੰਦਾ ਵੀ ਅਸੀਂ ਇਸ ਗੱਲ ਨੂੰ ਭੁੱਲ ਜਾਂਦੇ ਹਾਂ ਵੀ ਅੱਜ ਅਸੀਂ 35 ਮਹਾਂਪੁਰਸ਼ਾਂ ਦੇ ਦੀਦਾਰ ਉਹਨਾਂ ਦੀ ਬਾਣੀ ਦੇ ਵਿੱਚੋਂ ਕਰ ਰਹੇ ਹਾਂ। ਪ੍ਰੋਫੈਸਰ ਕਾਰਲਾਈਲ ਨੇ ਕਿਹਾ ਸੀ ਵੀ ਜਦੋਂ ਕਿਸੇ ਦੀ ਮਹਾਂਪੁਰਸ਼ ਦੀ ਰਚਨਾ ਨੂੰ ਅਸੀਂ ਪੜ੍ਹਦੇ ਹਾਂ ਤੇ ਅਸਲ ਦੇ ਵਿੱਚ ਉਹਦੇ ਸਾਨੂੰ ਦੀਦਾਰ ਹੁੰਦੇ ਨੇ। ਤੇ ਗੁਰੂ ਸਾਹਿਬ ਜੀ ਨੇ ਤੇ ਬਾਣੀ ਦੇ ਵਿੱਚ ਪਹਿਲਾਂ ਹੀ ਪ੍ਰਤੱਖ ਗੁਰੂ ਨੇ ਸਿਤਾਰੇ ਦਾ ਜ਼ਿਕਰ ਕੀਤਾ ਹੋਇਆ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਫਿਰ ਇੱਕ ਹੋਰ ਗੱਲ ਉਹਨਾਂ ਨੇ ਜ਼ਿਕਰ ਕੀਤਾ ਵੀ ਕਈ ਵਾਰੀ ਅਸੀਂ ਕਹਿੰਦੇ ਵੀ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਜੀ ਦੇ 6 ਗੁਰੂ ਸਾਹਿਬਾਨਾਂ ਦੇ ਜਾਂ 7 ਦੇ ਦਰਸ਼ਨ ਕੀਤੇ ਫਿਜ਼ੀਕਲੀ ਰੂਪ ਦੇ ਵਿੱਚ। ਨੋ ਡਾਊਟ ਵੀ ਇਹ ਬੜੀ ਆਪਣੇ ਆਪ ਦੇ ਵਿੱਚ ਮਹਾਨਤਾ ਵਾਲੀ ਗੱਲ ਹੈ। ਪਰ ਉਹ ਕਹਿਣ ਲੱਗੇ ਜੇ ਅਸੀਂ ਸ਼ਰਧਾ ਭਾਵਨਾ ਬਣਾਈਏ, ਅੱਜ ਵੀ ਅਸੀਂ 35 ਮਹਾਂਪੁਰਸ਼ਾਂ ਦੇ ਦੀਦਾਰ ਤੋਂ ਉਹਨਾਂ ਨਾਲ ਗੱਲ ਕਰ ਸਕਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਰਾਹੀਂ। ਪਰ ਅਸੀਂ ਉਹ ਗੱਲਾਂ ਵੱਲ ਕਈ ਵਾਰੀ ਧਿਆਨ ਨਹੀਂ ਦਿੰਦੇ। ਇਸ ਕਰਕੇ ਹੁੰਦਾ ਕੀ ਹੈ, ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਬਾਹਰੋਂ ਅਸੀਂ ਜਿਹੜਾ ਸਤਿਕਾਰ ਕਰਨੇ ਆ ਨਾ, ਜੇ ਪ੍ਰੈਕਟੀਕਲ ਵੇਖਿਆ ਜਾਏ, ਜਿਸ ਗੁਰੂ ਨੂੰ ਅਸੀਂ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਕਹਿੰਦੇ ਆ, ਤੇ ਵਿਰਲੇ ਹਿਰਦੇ ਇਹ ਗੱਲ ਨੂੰ ਮੰਨਦੇ ਵੀ ਨੇ। ਉਹਦਾ ਰੀਜ਼ਨ ਹੈ ਕਿ ਅਸਲ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ ਕਿ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਪਰ ਬਾਣੀ ਨੂੰ ਆਪ ਪੜ੍ਹਨ ਵਾਲੇ ਵਿਰਲੇ ਹਿਰਦੇ ਹੁੰਦੇ ਨੇ। ਅੱਜ ਜਿਹੜਾ ਸਿੱਖ ਸਮਾਜ ਪਤਾ ਕੀ ਕਰ ਰਿਹਾ, ਜਿਵੇਂ ਕਿਸੇ ਮਾਤਾ ਪਿਤਾ ਨੇ ਬੱਚੇ ਨੂੰ ਪੜ੍ਹਾ ਲਿਖਾ ਕੇ ਚੰਗੀ ਪੋਸਟ ਦੇ ਉੱਤੇ ਪਹੁੰਚਾਇਆ ਹੋਵੇ, ਉਸ ਤੋਂ ਬਾਅਦ ਔਲਾਦ ਜਾਂ ਕੋਈ ਬੱਚਾ ਆਪਣੇ ਪਿਤਾ ਨੂੰ ਕਹੇ ਪਿਤਾ ਜੀ ਤੁਸੀਂ ਮੇਰੇ ਲਈ ਮਿਹਨਤ ਕੀਤੀ, ਕਿਸੇ ਬੜੀ ਮਿਹਨਤ ਕਰਕੇ ਸਟਰਗਲ ਕਰਕੇ ਮੈਨੂੰ ਪੜ੍ਹਾਇਆ ਲਿਖਾਇਆ ਜ਼ਰੂਰ ਹੈ, ਉਹਦੇ ਲਈ ਰਹਿਣ ਲਈ ਮੈਂ ਤੈਨੂੰ ਚੰਗਾ ਤੁਹਾਨੂੰ ਘਰ ਦੇ ਸਕਣਾ, ਜਿਵੇਂ ਦੇ ਕੱਪੜੇ ਚਾਹੀਦੇ ਨੇ ਮੈਂ ਪਾਉਣ ਲਈ ਕੱਪੜੇ ਦੇ ਦਿਆਂਗਾ, ਜਿਵੇਂ ਦਾ ਤੁਹਾਨੂੰ ਭੋਜਨ ਚਾਹੀਦਾ ਉਹਦਾ ਵੀ ਮੈਂ ਪ੍ਰਬੰਧ ਕਰ ਦਿਆਂਗਾ। ਪਰ ਹੁਣ ਮੈਂ ਪੜ੍ਹ ਲਿਖ ਕੇ ਸਿਆਣਾ ਹੋ ਚੁੱਕਾ, ਇੰਡੀਪੈਂਡੈਂਟ ਹੋ ਚੁੱਕਾ, ਮੈਨੂੰ ਜ਼ਿੰਦਗੀ ਦੇ ਵਿੱਚ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ, ਇਹ ਮੈਨੂੰ ਜ਼ਿੰਦਗੀ ਦੇ ਵਿੱਚ ਇੰਟਰਫੇਅਰ ਨਾ ਕਰਿਆ ਜੀ। ਤੇ ਮੈਨੂੰ ਮਾਫ ਕਰਨਾ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰੈਕਟੀਕਲ ਇਸੇ ਤਰ੍ਹਾਂ ਹੀ ਜ਼ਿਆਦਾਤਰ ਕਹਿ ਰਹੇ ਹਾਂ ਕਿ ਅਸੀਂ ਵਧੀਆ ਤੋਂ ਵਧੀਆ ਬਿਲਡਿੰਗਾਂ ਜਿਹੜੀਆਂ ਬਣਾ ਦਿਆਂਗੇ ਤੁਹਾਡੇ ਲਈ, ਅਸੀਂ ਕੀਮਤੀ ਤੋਂ ਕੀਮਤੀ ਰੁਮਾਲੇ ਵੀ ਭੇਟ ਕਰ ਦਿਆਂਗੇ, ਇਹ ਕਰਨੇ ਚਾਹੀਦੇ ਨੇ। ਇਸੇ ਤਰ੍ਹਾਂ ਲੰਗਰ ਵੀ ਲਾ ਦਿਆਂਗੇ। ਪਰ ਅੱਜ ਅਸੀਂ ਪੜ੍ਹ ਲਿਖ ਕੇ ਸਿਆਣੇ ਹੋ ਚੁੱਕੇ ਹਾਂ, ਸਾਨੂੰ ਤੁਹਾਡੀ ਰਾਏ ਲੈਣ ਦੀ ਲੋੜ ਨਹੀਂ, ਡੇ ਟੂ ਡੇ ਜ਼ਿੰਦਗੀ ਦੇ ਵਿੱਚ ਤੁਹਾਡੀ ਬਾਣੀ ਪੜ੍ਹਨ ਦੀ ਲੋੜ ਨਹੀਂ। ਅਸੀਂ ਇਹ ਬਾਹਰਲੀ ਸੇਵਾ ਜਿਹੜੀ ਕਰ ਦਿਆਂਗੇ, ਪ੍ਰੈਕਟੀਕਲ ਜਿਹੜਾ ਸਾਡਾ ਜੀਵਨ ਦਾ ਢੰਗ ਹੈ ਨਾ, ਅਸੀਂ ਇਸੇ ਤਰ੍ਹਾਂ ਕਹਿ ਰਹੇ ਹਾਂ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪ ਪੜ੍ਹਨ ਵਾਲਾ ਵਿਰਲਾ ਹਿਰਦਾ ਹੁੰਦਾ, ਜਿਹੜਾ ਇੱਕ ਓਂਕਾਰ ਤੋਂ ਲੈ ਕੇ ਜਿਹੜਾ 1430 ਗੁਰੂ ਸਾਹਿਬ ਜੀ ਦੇ ਅੰਕਾਂ ਦਾ ਆਪ ਦੀਦਾਰ ਕੀਤਾ ਹੋਵੇ ਤੇ ਵਿਦ ਮੀਨਿੰਗ ਕੀਤਾ ਹੋਵੇ, ਇਹ ਤੁਹਾਨੂੰ ਵਿਰਲਾ ਹਿਰਦਾ ਕੋਈ ਮਿਲੇਗਾ। ਆਮ ਹਾਲਤਾਂ ਦੇ ਵਿੱਚ ਕੀ ਹੁੰਦਾ ਹੈ ਕਿ ਜਨਮ ਦਿਨ ਦੇ ਸਮੇਂ ਦੇ ਉੱਤੇ ਜਾਂ ਕੋਈ ਵਿਆਹ ਸ਼ਾਦੀ ਰਿਚੁਅਲ ਸੈਰੀਮਨੀ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਮਿਤ ਕੀਤਾ। ਉੱਥੇ ਵੀ ਘਰ ਦੇ ਵਿੱਚ ਜਦੋਂ ਪ੍ਰਕਾਸ਼ ਕੀਤਾ ਜਾਂਦਾ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਉਹ ਪੁਰਾਣੇ ਤੇ ਪਿੰਡਾਂ ਦੇ ਵਿੱਚ ਕਈ ਵਾਰੀ 5 ਬੰਦੇ ਔਖੇ ਹੋਏ ਹੁੰਦੇ ਸੀ ਜਿਹੜੇ ਸਰੂਪ ਘਰ ਲਿਆਉਣ ਦੇ ਲਈ। ਤੇ ਅਸਲ ਦੇ ਵਿੱਚ ਹੁਣ ਬੰਦਾ ਕੀ ਕਰਦਾ, ਅੱਜ ਜਿਹੜਾ ਤੁਸੀਂ ਵੇਖੋ, ਅਸੀਂ ਕੁਝ ਸੱਜਣ ਇਕੱਠੇ ਹੋ ਕੇ ਪਰਿਵਾਰ ਦੇ ਮੈਂਬਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਸੀਂ ਘਰ ਦੇ ਵਿੱਚ ਲਿਜਾਂਦੇ ਹਾਂ। ਉੱਥੇ ਸਹਿਜ ਪਾਠ ਤੇ ਅਖੰਡ ਪਾਠ ਦੇ ਲਈ ਅਰਦਾਸ ਕੀਤੀ ਜਾਂਦੀ ਹੈ। ਅਰਦਾਸ ਤੋਂ ਬਾਅਦ ਪਰਿਵਾਰ ਦੇ ਮੈਂਬਰ ਪਹਿਲੀਆਂ 5 ਪੌੜੀਆਂ ਸੁਣਦੇ ਨੇ ਜਪਜੀ ਸਾਹਿਬ ਦੀਆਂ, ਕੋਈ ਵੱਧ ਛਾਲ ਮਾਰੇਗਾ ਤੇ ਜਪਜੀ ਸਾਹਿਬ ਦਾ ਪੂਰਾ ਪਾਠ ਸੁਣ ਲਏਗਾ। ਫਿਰ ਉਸੇ ਕਮਰੇ 'ਚੋਂ ਬਾਹਰ ਆ ਕੇ ਬੰਦਾ ਹੋਰ ਕੰਮਾਂ ਦੇ ਵਿੱਚ ਰੁੱਝ ਜਾਂਦਾ। ਤੇ ਅਸਲ ਦੇ ਵਿੱਚ ਬਾਣੀ ਜਿਹੜੀ ਸੁਣਨ ਦੇ ਲਈ ਤਿਆਰ ਨਹੀਂ ਹੁੰਦਾ, ਤੇ ਭਾਈ ਸਾਹਿਬ ਕੱਲੇ ਕੱਲੇ ਕਮਰੇ ਦੇ ਵਿੱਚ ਕਈ ਵਾਰੀ ਥਾਲੀ ਦੇ ਵਿੱਚ ਪ੍ਰਸ਼ਾਦ ਪਾ ਕੇ ਨਾ, ਵੀ ਜੇ ਬਾਣੀ ਨਹੀਂ ਸੁਣਨੀ ਤੇ ਪ੍ਰਸ਼ਾਦ ਹੀ ਛਕ ਲਓ, ਤੇ ਉਹ ਵਰਤਾਣਗੇ। ਬੰਦਾ ਰਿਸ਼ਤੇਦਾਰਾਂ ਨੂੰ ਅਟੈਂਡ ਕਰਦਾ ਰਹਿੰਦਾ ਵੀ ਉਹ ਕਿਧਰੇ ਨਾਰਾਜ਼ ਨਾ ਹੋ ਜਾਣ, ਪਰ ਬਾਣੀ ਨਹੀਂ ਸੁਣਨ ਦੇ ਲਈ ਤਿਆਰ ਹੁੰਦਾ।
ਇਸੇ ਤਰ੍ਹਾਂ ਫਿਰ ਹੁੰਦਾ ਕੀ ਹੈ, ਤੁਸੀਂ ਵੇਖੋ ਸਾਡੇ ਸਾਹਮਣੇ ਗੁਰੂ ਨਾਨਕ ਸਾਹਿਬ, ਅਸੀਂ ਪ੍ਰਤੱਖ ਗੁਰੂ ਨਿਸਤਾਰੇ ਦੀ ਗੱਲ ਕਰਦੇ ਹਾਂ ਜਾਂ ਪ੍ਰਗਟ ਗੁਰਾਂ ਕੀ ਦੇਹ ਦੀ ਗੱਲ ਕਰਨੇ ਆ। ਗੁਰੂ ਨਾਨਕ ਸਾਹਿਬ ਸਾਡੇ ਕੋਲ ਆ ਜਾਣ ਤੇ ਅਸੀਂ ਉਹਨਾਂ ਨੂੰ ਬੇਨਤੀ ਕਰੀਏ ਵੀ ਗੁਰੂ ਸਾਹਿਬ ਜੀ ਤੁਸੀਂ ਬੋਲ ਕੇ ਉਪਦੇਸ਼ ਦਿਓ, ਉਹ ਬੋਲਣਾ ਸ਼ੁਰੂ ਕਰਨ ਤੇ ਅਸੀਂ ਕਹੀਏ ਵੀ ਅਸੀਂ ਤੁਹਾਨੂੰ ਬੁੱਕ ਕੀਤਾ 48 ਘੰਟਿਆਂ ਦੇ ਲਈ, ਤੁਸੀਂ ਬੋਲਣਾ ਨਹੀਂ ਬੰਦ ਕਰਨਾ, 24 ਘੰਟੇ ਨੌਨ ਸਟਾਪ ਬੋਲਦੇ ਰਹਿਣਾ ਤੇ ਜਦੋਂ ਟਾਈਮ ਲੱਗੇਗਾ ਨਾ ਉਦੋਂ ਆ ਕੇ ਤੁਹਾਡੀ ਅਸੀਂ ਗੱਲ ਸੁਣ ਲਾਂਗੇ। ਤੇ ਮੈਨੂੰ ਮਾਫ ਕਰਨਾ ਜੇ ਅਸੀਂ ਬੱਚੇ ਨੂੰ ਵੀ ਇਸ ਤਰ੍ਹਾਂ ਕਹੀਏ ਨਾ ਵੀ ਇਕੱਲਾ ਬੋਲਦਾ ਰਹਿ, ਉਹ ਵੀ ਨਾਰਾਜ਼ ਹੋ ਜਾਂਦਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਅਸੀਂ ਇਸੇ ਤਰ੍ਹਾਂ ਕਰ ਰਹੇ ਹਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਜਦੋਂ ਇਸ ਤਰ੍ਹਾਂ ਅਸੀਂ ਕਰ ਰਹੇ ਹਾਂ, ਫਿਰ ਹੋ ਕੀ ਰਿਹਾ ਵੀ ਗੁਰਬਾਣੀ ਦੀ ਵਿਚਾਰਧਾਰਾ ਪਤਾ ਨਾ ਹੋਣ ਕਰਕੇ ਬੰਦਾ ਆਪਣੇ ਆਪ ਨੂੰ ਸਿੱਖ ਵੀ ਸਮਝੀ ਜਾ ਰਿਹਾ ਹੈ, ਆਪ ਹੀ ਕਲੇਮ ਕਰਦਾ ਤੇ ਅਸਲ ਦੇ ਵਿੱਚ ਸਿੱਖੀ ਤੋਂ ਉਲਟ ਕੰਮ ਵੀ ਕਰਦਾ ਜਾ ਰਿਹਾ। ਤੇ ਇਹਦੀ ਆਰੰਭਤਾ ਤੋਂ ਨਾਲ ਜਿਹੜੇ ਸ਼ਬਦ ਨੇ ਨਾ, ਅਸੀਂ ਸ਼ਲੋਕ ਜਿਹੜਾ ਇਹਦੇ ਨਾਲ ਤੁਰ ਕੇ ਅਸੀਂ ਸਮਝਣ ਦਾ ਯਤਨ ਕਰਾਂਗੇ। ਗੁਰੂ ਸਾਹਿਬ ਜੀ ਨੇ ਆਰੰਭਤਾ ਕੀਤੀ ਮੁੰਦਾਵਣੀ, ਮਹਿਲਾ ਪੰਜਵਾਂ। ਮੁੰਦਾਵਣੀ ਦਾ ਮਤਲਬ ਹੈ ਆਤਮਾ ਦੀ ਖੁਸ਼ੀ ਦੇ ਲਈ ਅਰਪਿਤ ਕੀਤੀ ਹੋਈ ਚੀਜ਼, ਜਿਹੜਾ ਅਸਲ ਦੇ ਵਿੱਚ ਭੇਟਾ ਜਿਹੜੀ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਅਰਥ ਕੀਤਾ ਹੈ। ਵੈਸੇ ਵਿਦਵਾਨ ਇਹਦਾ ਅਰਥ ਇਹ ਵੀ ਕਰਦੇ ਰਹੇ ਨੇ ਕਿ ਪੁਰਾਣੇ ਰਾਜਿਆਂ ਮਹਾਰਾਜਿਆਂ ਕੋਲ ਜਿਹੜਾ ਭੋਜਨ ਉਹਨਾਂ ਲਈ ਤਿਆਰ ਕੀਤਾ ਜਾਂਦਾ ਸੀ, ਉਹਨਾਂ ਦੇ ਸ਼ੈਫ ਜਾਂ ਕੁੱਕ ਦੇ ਰਾਹੀਂ, ਉਹਨੂੰ ਜਿਹੜਾ ਚੈੱਕ ਕਰਨ ਤੋਂ ਬਾਅਦ ਬਿਲਕੁਲ ਉਹਦੀ ਕੁਆਲਿਟੀ ਨੂੰ ਮੇਨਟੇਨ ਕਰਕੇ ਉਹਨੂੰ ਜਿਹੜਾ ਸੀਲ ਕਰ ਦਿੱਤਾ ਜਾਂਦਾ ਸੀ ਤੇ ਕੇਵਲ ਉਹ ਰਾਜੇ ਦੇ ਸਾਹਮਣੇ ਹੀ ਖੁੱਲ੍ਹਦਾ ਸੀ ਤੇ ਉਹ ਸੀਲ ਨੂੰ ਕਿਹਾ ਜਾਂਦਾ ਸੀ ਮੁੰਦਾਵਣੀ। ਸੇਮ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 6 ਗੁਰੂ ਸਾਹਿਬਾਨ ਤੇ ਭਗਤਾਂ ਦੀ ਜਿਹੜੀ ਬਾਣੀ ਦਰਜ ਹੋਈ ਹੈ ਨਾ, ਤੁਸੀਂ ਵੇਖੋ ਹੋਰ ਵੀ ਦੁਨੀਆ ਦੇ ਕੋਲ ਧਾਰਮਿਕ ਗ੍ਰੰਥ ਨੇ, ਕੁਰਾਨ ਹੈ ਮੁਸਲਮਾਨ ਲੋਕਾਂ ਕੋਲ, ਤੇ ਉਹਨਾਂ ਦਾ ਕੁਰਾਨ ਹਜ਼ਰਤ ਮੁਹੰਮਦ ਸਾਹਿਬ ਨੇ ਆਪ ਨਹੀਂ ਲਿਖਿਆ, ਉਹਨਾਂ ਤੋਂ ਬਾਅਦ ਜਿਹੜਾ ਲਿਖਿਆ ਗਿਆ ਹੈ। ਇਸ ਕਰਕੇ ਇਹ ਮੰਨਿਆ ਜਾਂਦਾ ਉਹਨਾਂ ਦੇ ਗ੍ਰੰਥਾਂ ਦੀ ਵੀ ਕਈ ਵਾਰੀ ਸ਼ੁੱਧੀਕਰਨ ਹੋਇਆ, ਉਹਨਾਂ ਨੇ ਕਈ ਵਾਰੀ ਦੂਜੇ ਗ੍ਰੰਥਾਂ ਨੂੰ ਸਾਰਿਆਂ ਨੂੰ ਰੱਖ ਕੇ ਪੂਰੇ ਗ੍ਰੰਥਾਂ ਨੂੰ ਵੀ ਉਹਨਾਂ ਦੇ ਵਰਜ਼ਨ ਨੂੰ ਅੱਗ ਲਾ ਕੇ ਉਮਰ ਫਾਰੂਕ ਵਰਗਿਆਂ ਨੇ, ਉਸਮਾਨ ਗਨੀ ਵਰਗਿਆਂ ਨੇ ਯਤਨ ਕੀਤਾ ਵੀ ਇੱਕ ਹੀ ਕਾਪੀ ਜਿਹੜੀ ਬਿਲਕੁਲ ਅਥੈਂਟਿਕ ਜੀ ਹੋਵੇ ਉਹ ਸਾਡੇ ਕੋਲ ਰਹੇ। ਇਸੇ ਤਰ੍ਹਾਂ ਜੇ ਬਾਈਬਲ ਦੀ ਗੱਲ ਕਰਨੇ ਆ ਤੇ ਸੈਂਕੜੇ ਸਾਲ ਤੱਕ ਉਹ ਲਿਖਿਆ ਜਾਂਦਾ ਰਿਹਾ, ਉਹਦੇ 'ਚ ਅਮੈਂਡਮੈਂਟ ਵੀ ਕੀਤੀ ਜਾਂਦੀ ਰਹੀ ਹੈ। ਇਸੇ ਤਰ੍ਹਾਂ ਦੂਜਿਆਂ ਦੇ ਨਾਲ ਵਾਪਰਿਆ। ਗੁਰੂ ਸਾਹਿਬ ਜੀ ਨੇ ਇੱਕ ਤਾਂ ਬਾਣੀ ਨੂੰ ਆਪ ਆਪਣੇ ਹੱਥਾਂ ਦੇ ਨਾਲ ਇੱਕ ਅੱਖਰ ਜਿਹੜਾ ਗੁਰੂ ਸਾਹਿਬ ਜੀ ਨੇ ਲਿਖਿਆ, ਉਚਾਰਨ ਜੋ ਕੀਤਾ ਹੈ ਉਹਨੂੰ ਲਿਖਿਆ। ਫਿਰ ਦੂਸਰੀ ਗੱਲ ਆ ਜਾਂਦੀ ਹੈ ਮੁੰਦਾਵਣੀ ਦੀ, ਉਹ ਪਿਓਰਿਟੀ ਦੀ। ਪਿਓਰਿਟੀ ਜਿਹੜੀ ਗੁਰਬਾਣੀ ਹੈ ਨਾ, ਪੋਇਟਰਿਕ ਲੈਂਗੁਏਜ ਹੈ, ਤੁਹਾਨੂੰ ਪਤਾ ਹੈ, ਤੇ ਉਹ ਪੋਇਟਰਿਕ ਲੈਂਗੁਏਜ ਹੋਣ ਕਰਕੇ ਉਹਦੇ ਜਿਹੜੇ ਮੀਨਿੰਗ ਨੇ ਨਾ, ਉਹ ਕੋਈ ਬੰਦਾ ਆਪਣੇ ਇੰਟੈਲੈਕਚੁਅਲ ਲੈਵਲ ਦੇ ਮੁਤਾਬਕ ਕਰ ਸਕਦਾ ਹੈ। ਵੈਸੇ ਵੀ ਦੁਨੀਆ ਦੇ ਅੰਦਰ ਨਾ ਦੂਸਰਾ ਜਿਹੜਾ ਵੱਡਾ ਸਾਨੂੰ ਅੱਜ ਪੰਥ ਦੇ ਵਿੱਚ ਜਿਹੜੀ ਦੁਬਿਧਾ, ਕਿਉਂਕਿ ਵੱਖ-ਵੱਖ ਵਿਆਖਿਆ ਪ੍ਰਣਾਲੀਆਂ ਗੁਰਬਾਣੀ ਦੀਆਂ, ਤੇ ਉਹਦੇ ਵਿੱਚ ਹਰ ਬੰਦਾ ਕਈ ਵਾਰੀ ਕਲੇਮ ਕਰਦਾ ਵੀ ਮੈਂ ਜਿਹੜਾ ਪਰਫੈਕਟ ਹਾਂ। ਵੈਸੇ ਸਾਰਿਆਂ ਨਾਲ ਹੁੰਦਾ, ਜਦੋਂ ਆਈਡੀਓਲੋਜੀ ਦਾ ਫਾਊਂਡਰ ਜਿਹੜਾ ਦੇਣ ਵਾਲਾ ਹੈ ਨਾ, ਉਹ ਦੁਨੀਆ ਦੇ ਅੰਦਰੋਂ ਫਿਜ਼ੀਕਲੀ ਚਲਾ ਜਾਏ ਨਾ, ਜਿਵੇਂ ਲੈਨਿਨ ਮਾਰਕਸ ਨੇ ਕਮਿਊਨਿਜ਼ਮ ਦਾ ਜਿਹੜਾ ਮਾਡਲ ਦਿੱਤਾ ਹੈ। ਹੁਣ ਤੁਸੀਂ ਵੇਖੋ ਰਸ਼ੀਆ ਦੇ ਕੋਲ ਕਮਿਊਨਿਸਟ ਕੰਟਰੀ ਵੱਖਰਾ ਮਾਡਲ ਹੈ, ਚਾਈਨਾ ਦੇ ਕੋਲ ਜਿਹੜਾ ਵੱਖਰਾ ਮਾਡਲ ਹੈ, ਇਸੇ ਤਰ੍ਹਾਂ ਕਿਊਬਾ ਹੈ ਉਹਦੇ ਕੋਲ ਵੱਖਰਾ ਹੈ, ਨਾਰਥ ਕੋਰੀਆ, ਜਿੰਨੇ ਕਮਿਊਨਿਸਟ ਕੰਟਰੀ ਨੇ ਨਾ, ਉਹਨਾਂ ਦਾ ਜਿਹੜੀ ਵਿਚਾਰਧਾਰਾ 100% ਨਹੀਂ ਮਾਡਲ ਰਲਦੇ ਹੋਣਗੇ। ਉਹਨਾਂ ਦੇ ਵਿੱਚ ਕੁਝ ਗੱਲਾਂ ਆਪਣੇ ਵੱਲੋਂ ਮਿਕਸ ਕੀਤੀਆਂ ਗਈਆਂ ਹੋਣੀਆਂ, ਕੁਝ ਗੱਲਾਂ ਉਹਦੇ 'ਚੋਂ ਜਿਹੜੀਆਂ ਡਿਸੈਂਬਲ ਕਰ ਦਿੱਤੀਆਂ ਗਈਆਂ ਹੋਣੀਆਂ ਵੱਖਰੀਆਂ। ਇਸੇ ਤਰ੍ਹਾਂ ਸਾਨੂੰ ਇੱਕ ਪੰਥ ਬਣਾਇਆ। ਤੇ ਤੁਸੀਂ ਵੇਖੋ ਜਿਹੜੇ ਸਿੱਖੀ ਦੇ ਜਿਹੜੇ ਮਾਡਲ ਨੇ ਨਾ, ਇੱਕ ਸਾਡੇ ਕੋਲ ਟਕਸਾਲੀ ਵੀਰ ਨੇ, ਮੈਂ ਆਲੋਚਨਾ ਨਹੀਂ ਕਰ ਰਿਹਾ, ਕੇਵਲ ਜਿਹੜਾ ਸਾਨੂੰ ਸਮਝਣ ਦਾ ਯਤਨ ਲਈ। ਇਸੇ ਤਰ੍ਹਾਂ ਇੱਕ ਅਖੰਡ ਕੀਰਤਨੀ ਜਥੇ ਦੇ ਸਿੰਘ ਨੇ, ਉਹ ਮਾਡਲ ਹੈ ਸਾਡੇ ਕੋਲ। ਇੱਕ ਨਾਨਕ ਸਰੀ ਨੇ ਜਿਹੜੇ, ਉਹ ਜਿਹੜਾ ਮਾਡਲ ਹੈ। ਨਿਹੰਗ ਸਿੰਘ ਜਥੇਬੰਦੀਆਂ ਨੇ, ਤੇ ਵੱਖ-ਵੱਖ ਸੰਪਰਦਾਵਾਂ ਨੇ ਆਪਣੀ ਆਪਣੀ ਜਿਹੜੀ ਉਹਨਾਂ ਦੀ ਅਸਲ ਦੇ ਵਿੱਚ ਥਾਟ ਪ੍ਰੋਸੈਸ ਹੈ ਨਾ, ਜਿਵੇਂ ਦਾ ਢੰਗ ਦੇ ਨਾਲ ਉਹਨਾਂ ਨੂੰ ਸਮਝ ਆਈ ਹੈ ਜਾਂ ਉਹਨਾਂ ਦੇ ਵੱਡੇ ਵਡੇਰੇ ਕਰਦੇ ਰਹੇ ਨੇ, ਉਸ ਤਰੀਕੇ ਦੇ ਨਾਲ ਉਹ ਸਿੱਖੀ ਜਿਹੜੀ ਸਮਝੀ ਜਾਂਦੀ ਹੈ। ਤੇ ਉਹਦਾ ਕਾਰਨ ਹੈ ਇਸੇ ਤਰ੍ਹਾਂ ਜਿਵੇਂ ਸੈਕੂਲਿਜ਼ਮ ਹੈ, ਅਮਰੀਕਾ ਨੇ ਹੋਰ ਮਾਡਲ ਅਪਣਾਇਆ ਤੇ ਜਿਹੜਾ ਫਰਾਂਸ ਦਾ ਹੋਰ ਹੈ,
ਇੰਡੀਆ ਦਾ ਹੋਰ ਹੈ। ਜਿਵੇਂ ਛੋਟਾ ਜਿਹਾ ਇੱਕ ਗੱਲ, ਕਈ ਵਾਰੀ ਅਸੀਂ ਨਾ ਫੈਡਰਲ ਦੀ ਗੱਲ ਕਰਨੇ ਆ ਅਮਰੀਕਾ ਦਾ ਵੀ ਢਾਂਚਾ ਹੈ, ਇਹਨਾਂ ਦਾ ਜਿਹੜਾ ਕਮਿੰਗ ਟੂਗੈਦਰ ਫੈਡਰਲਿਜ਼ਮ ਹੈ, ਜਿਹੜਾ ਵੀ ਸਾਰੇ ਸਟੇਟਸ ਨੇ ਆਹ ਫੈਸਲਾ ਕੀਤਾ ਹੋਇਆ ਵੀ ਅਸਲ ਦੇ ਵਿੱਚ ਅਸੀਂ ਇਕੱਠੇ ਹੋ ਕੇ ਇੱਕ ਪਾਵਰ ਬਣਨਾ। ਤੇ ਜਿਹੜਾ ਇੰਡੀਆ ਵੀ ਫੈਡਰਲਿਜ਼ਮ ਹੈ ਉਹਦਾ ਮਾਡਲ ਇਹ ਨਹੀਂ ਹੈ ਜਿਹੜਾ ਅਮਰੀਕਾ ਵਾਲਾ, ਉਹਦਾ ਮਾਡਲ ਹੈ ਜਿਹੜਾ ਅਸਲ ਵਿੱਚ ਹੋਲਡਿੰਗ ਟੂਗੈਦਰ ਵੀ ਧੱਕੇ ਨਾਲ, ਜਿਹਦੇ ਕੋਲ ਸੈਂਟਰ ਦੇ ਕੋਲ ਜ਼ਿਆਦਾ ਪਾਵਰ ਹੁੰਦੀ ਹੈ। ਤੇ ਇੱਥੇ ਥੋੜ੍ਹੀ ਜਿਹੀ ਦੋ ਕੁ ਸ਼ਬਦਾਵਲੀ ਹੋਰ ਜਿਹੜਾ ਟਰਮ ਸਮਝਣ ਦੀ ਲੋੜ ਹੈ। ਇੱਕ ਹੁੰਦਾ ਸਾਇੰਸ ਦੇ ਵਿੱਚ ਨਾ ਦੋ ਤਰ੍ਹਾਂ ਦੀਆਂ ਫੋਰਸਿਸ ਹੁੰਦੀਆਂ, ਇੱਕ ਸੈਂਟਰੀਫਿਊਗਲ ਫੋਰਸਿਸ ਜਿਹੜੀ ਕੇਂਦਰੀ ਧੁਰੇ ਨਾਲੋਂ ਪਰਾਂ ਨੂੰ ਸੁੱਟਦੀ, ਜਿਹੜੀ ਧਕੇਲਦੀ ਜਿਹੜੀ એનર્ਜੀ ਨੂੰ। ਸੇਮ ਇਸੇ ਤਰ੍ਹਾਂ ਵੀ ਸਾਡੇ ਕੋਲ ਬਹੁਤ ਸਾਰਾ ਜਿਹੜਾ ਸਿੱਖੀ ਦੇ ਵਿੱਚ ਮਾਡਲ ਹੈ ਨਾ, ਉਹ ਕੇਂਦਰੀ ਧੁਰਾ ਤੇ ਹੋਣਾ ਚਾਹੀਦਾ ਜਿਹੜਾ ਗੁਰੂ ਗ੍ਰੰਥ ਸਾਹਿਬ, ਤੇ ਕੇਂਦਰੀ ਧੁਰੇ ਨਾਲੋਂ ਬਾਹਰ ਕੱਢਣ ਵਾਲਾ ਇੱਕ ਹੁੰਦਾ ਸੈਂਟਰੀਪੀਟਲ ਜਿਹੜੀ ਫੋਰਸਿਸ ਵੀ ਕੇਂਦਰ ਨਾਲ ਜੋੜਨ ਵਾਲਾ, ਵੀ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਪੰਥ ਦੀ ਗੱਲ ਕਰਨ ਵਾਲੀ ਗੱਲ ਹੋਣੀ ਚਾਹੀਦੀ। ਪਰ ਅਸਲ ਦੇ ਵਿੱਚ ਜਿਹੜੇ ਸਾਡੇ ਕੋਲ ਜ਼ਿਆਦਾਤਰ ਹੈ ਨਾ ਜਿਹੜਾ ਸੈਂਟਰੀਫਿਊਗਲ ਫੋਰਸਿਸ ਨੇ, ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਆਈਡੀਓਲੋਜੀ ਨਾਲੋਂ ਵੱਖਰੀਆਂ ਚੀਜ਼ਾਂ ਜਿਹੜੀਆਂ ਆਪਣੇ ਵੱਲੋਂ ਕੁਝ ਪਾ ਦਿੱਤੀਆਂ ਗਈਆਂ, ਰਿਐਲਿਟੀ ਨੂੰ ਕੱਢ ਦਿੱਤਾ ਗਿਆ ਹੈ। ਤੇ ਅਸਲ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਵਿਚਾਰਧਾਰਾ ਤੇ ਬੇਸ ਹੋਣਾ ਚਾਹੀਦਾ ਨਾ, ਉਹ ਤੁਹਾਨੂੰ ਸਿੱਖ ਬੜੇ ਘੱਟ ਮਿਲਦੇ ਨੇ ਜਿਹੜੇ ਕਹਿਣ ਵੀ ਅਸੀਂ ਕਿਸੇ ਸੰਪਰਦਾ ਨਾਲ, ਕਿਸੇ ਧੜੇਬੰਦੀ ਨਾਲ ਨਹੀਂ ਜੁੜੇ ਹੋਏ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਜੁੜੇ ਹੋਏ ਆ। ਉਹਦੇ ਲਈ ਆਪ ਸਾਨੂੰ ਜੇ ਸਟੱਡੀ ਕਰਨ ਦੀ ਲੋੜ ਹੈ, ਇੱਕ ਓਂਕਾਰ ਤੋਂ ਲੈ ਕੇ ਵਿਦ ਗ੍ਰਾਮਰ ਸਾਰਾ ਉਚਾਰਨ ਅਰਥ ਵਿਦ ਮੀਨਿੰਗ ਆਉਂਦੇ ਹੋਣੇ ਚਾਹੀਦੇ ਨੇ। ਅਸੀਂ ਕਿਸੇ ਟੋਟਲੀ ਪ੍ਰਚਾਰਕ ਦੇ ਉੱਤੇ ਵੀ ਜਿਹੜਾ ਡਿਪੈਂਡ ਨਾ ਹੋਈਏ। ਜੇ ਉਹ ਚੀਜ਼ ਸਾਡੇ ਕੋਲ ਪਿਓਰ ਰੂਪ ਦੇ ਵਿੱਚ ਰਹਿੰਦੀ ਨਾ, ਫਿਰ ਇਹ ਜਿਹੜਾ ਮੁੰਦਾਵਨੀ ਹੈ, ਮੁੰਦਾਵਨੀ ਦਾ ਮਤਲਬ ਹੈ ਅਸਲ ਦੇ ਵਿੱਚ ਉਹ ਪਿਓਰਿਟੀ ਜਿਹੜੀ ਅਰਥ ਜਿਹੜੇ ਅਸੀਂ ਸਮਝਣ ਦਾ ਯਤਨ ਕਰ ਰਹੇ ਹਾਂ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਿਓਰ ਵਿਚਾਰਧਾਰਾ ਤਾਂ ਸਾਡੇ ਕੋਲ ਆ ਸਕਦੀ ਹੈ ਜੇ ਸਾਡੀ ਆਪ ਡੀਪਲੀ ਸਟੱਡੀ ਤੇ ਆਪ ਐਕਸਪੀਰੀਅੰਸ ਹੈ। ਜੇ ਅਸੀਂ ਕਿਸੇ ਨਾ ਕਿਸੇ ਬੰਦੇ ਦੇ ਮਗਰ ਲੱਗੇ ਹੋਏ ਹਾਂ ਤੇ ਉੱਤੋਂ ਅਸੀਂ ਕਹੀ ਜਾਵਾਂਗੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਪਰ ਆਈਡੀਓਲੋਜੀ ਤੇ ਕਿਸੇ ਬੰਦੇ ਦੀ ਅਸੀਂ ਫੋਲੋ ਕਰ ਰਹੇ ਹੋਵਾਂਗੇ। ਇਸ ਕਰਕੇ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਇੱਕ ਅੱਖਰ ਆਪਣੇ ਆਪ ਦੇ ਵਿੱਚ ਇੰਨਾ ਵਜ਼ਨਦਾਰ ਹੈ ਨਾ ਸਾਨੂੰ ਇੱਕ ਕਰਨ ਦੇ ਲਈ। ਤੇ ਗੁਰੂ ਅਰਜਨ ਸਾਹਿਬ ਜੀ ਨੇ ਜ਼ਿਕਰ ਕੀਤਾ ਮੁੰਦਾਵਣੀ ਮਹਿਲਾ ਪੰਜਵਾਂ, ਤੇ ਇੱਥੇ ਥਾਲ ਵਿੱਚ ਤਿੰਨ ਵਸਤੂ ਪਈਓ, ਇਹ ਆਤਮਕ ਭੋਜਨ ਦਾ ਥਾਲ ਹੈ। ਜਿਵੇਂ ਸਰੀਰ ਦੇ ਲਈ ਭੋਜਨ ਦੀ ਚੰਗੇ ਖੁਰਾਕ ਦੀ ਲੋੜ ਪੈਂਦੀ ਹੈ, ਇਸੇ ਤਰ੍ਹਾਂ ਆਤਮਾ ਨੂੰ ਤੰਦਰੁਸਤ ਰੱਖਣ ਦੇ ਲਈ ਪਿਓਰ ਆਈਡੀਓਲੋਜੀ ਦੀ ਲੋੜ ਪੈਂਦੀ ਹੈ। ਕਿਉਂਕਿ ਆ ਜਿਹੜਾ ਤੁਸੀਂ ਵੇਖੋ, ਆਪਾਂ ਪਿੱਛੇ ਵੀ ਇੱਕ ਗੱਲ ਕੀਤੀ, ਕਈ ਵਾਰੀ ਜ਼ਿਕਰ ਕੀਤਾ ਹੈ, ਜਿਵੇਂ ਲੈਨਿਨ ਮਾਰਕਸ ਨੇ ਗੱਲ ਕਹੀ ਸੀ ਨਾ, ਵੀ ਖਾਸ ਕਰਕੇ ਉਹਦਾ ਸਿਧਾਂਤ ਸੀ ਡਾਇਲੈਕਟਿਕਸ, ਜਿਹਦਾ ਮਤਲਬ ਸੀ ਮੂਵਮੈਂਟ ਆਫ ਆਈਡੀਆ ਦੇ ਉੱਤੇ ਸਾਡੀ ਲਾਈਫ ਜਿਹੜੀ ਬੇਸ ਹੈ। ਪਹਿਲਾਂ ਕੋਈ ਵੀ ਆਈਡੀਆ ਆਉਂਦਾ ਧਰਤੀ ਤੇ, ਫਿਰ ਉਹਦੇ 'ਚ ਕਮੀਆਂ ਨਿਕਲਦੀਆਂ, ਜਿਹਨੂੰ ਕਹਿੰਦੇ ਨੇ ਥੀਸਿਸ ਤੋਂ ਬਾਅਦ ਐਂਟੀ ਥੀਸਿਸ ਜਾਂ ਐਂਟਾਈ ਥੀਸਿਸ। ਉਸ ਤੋਂ ਬਾਅਦ ਫਿਰ ਉਹਦੀਆਂ ਕਮੀਆਂ ਨੂੰ ਠੀਕ ਕਰਕੇ ਬਣਦਾ ਸਿੰਥੀਸਿਸ, ਜਿੱਥੇ ਜਿਹੜਾ ਸਹਿਮਤੀ ਹੋ ਜਾਂਦੀ। ਫਿਰ ਆਉਣ ਵਾਲੀਆਂ ਜਨਰੇਸ਼ਨਸ ਦੇ ਵਿੱਚ ਉਹਦੀ ਹੋਰ ਆਲੋਚਨਾ ਹੁੰਦੀ, ਐਂਟਾਈਥੀਸਿਸ ਆਉਂਦਾ, ਫਿਰ ਉਹਦਾ ਸਿੰਥੇਸਿਸ ਬਣਦਾ। ਇਸ ਕਰਕੇ ਮੰਨਿਆ ਜਾਂਦਾ ਵੀ ਦੁਨੀਆ ਦੇ ਅੰਦਰ ਕੋਈ ਵੀ ਆਈਡੀਓਲੋਜੀ ਨਾ ਪਰਫੈਕਟ ਨਹੀਂ ਹੈ, ਵੀ ਉਹਦਾ ਐਬਸੋਲਿਊਟ ਆਈਡੀਆ ਨਹੀਂ ਹੈ ਕਿਸੇ ਕੋਲ, ਪਰ ਗੁਰੂ ਗ੍ਰੰਥ ਸਾਹਿਬ ਜੀ ਪਰਫੈਕਟ ਨੇ। ਆਪਾਂ ਜਿਹੜਾ ਇਹ ਮੰਨਿਆ ਤੋ ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਇਸ ਕਰਕੇ ਤੁਸੀਂ ਵੇਖੋ ਸਾਇੰਸ ਦੀਆਂ ਥਿਊਰੀਜ਼ ਚੇਂਜ ਹੁੰਦੀਆਂ ਰਹਿੰਦੀਆਂ, ਕਾਨੂੰਨ ਦੇ ਵਿੱਚ ਅਮੈਂਡਮੈਂਟ ਹੁੰਦੀ ਰਹਿੰਦੀ ਹੈ, ਸਮਾਜ ਜਿਹੜਾ ਬਦਲਦਾ ਰਹਿੰਦਾ, ਪਰ ਸੱਚ ਪੁਰਾਣਾ ਹੋਵੇ ਨਾਹੀਂ ਸੀਤਾ ਕਦੇ ਨਾ ਪਾਟਾ। ਇਸ ਕਰਕੇ ਜਿਹੜਾ ਇਹ ਆਤਮਾ ਦਾ ਭੋਜਨ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਨਾ, ਇਹ ਸੱਚਾਈ ਦੇ ਉੱਤੇ ਬੇਸ ਹੈ। ਤੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ। ਇਹ ਸੱਤ ਇੱਕ ਹੀ ਟਰਮ ਹੈ ਸਾਡੇ ਲਈ, ਪਰ ਸੱਤ ਜਿਹੜਾ ਨਾ ਮਲਟੀ ਡਾਈਮੈਂਸ਼ਨਲ ਹੈ। ਇੱਥੇ ਜਿਹੜੇ ਵੇਖੋ ਕਿਸੇ ਵੀ ਮਜ਼ਹਬ ਦੀ ਵਿਚਾਰਧਾਰਾ ਨਾ 10-12 ਟੌਪਿਕਾਂ ਦੇ ਆਲੇ ਦੁਆਲੇ ਘੁੰਮਦੀ ਹੈ। ਜਿਵੇਂ ਪਹਿਲਾਂ ਕਨਸੈਪਟ ਆਫ ਗਾਡ ਕੀ ਹੈ ਕਿਸੇ ਮਜ਼ਹਬ 'ਚ, ਕਿਉਂਕਿ ਗਾਡ ਇਜ਼ ਇਨਕੰਪਰੀਹੈਂਸਿਬਲ ਵਿਚ ਕੈਨਟ ਬੀ ਐਕਸਪ੍ਰੈਸਡ ਇਨ ਵਰਡਸ। ਇਸ ਕਰਕੇ ਹਰ ਮਜ਼ਹਬ ਦੇ ਵਿੱਚ ਉਹਦੀ ਜਿਹੜੀ ਪਰਿਭਾਸ਼ਾ ਵੱਖਰੀ ਵੱਖਰੀ ਹੈ। ਤੇ ਜਿਹੜਾ ਰੱਬ ਦਾ ਕਨਸੈਪਟ ਹੈ ਨਾ ਸਾਡਾ ਦੂਜਿਆਂ ਨਾਲੋਂ ਟੋਟਲੀ ਡਿਫਰੈਂਟ ਹੈ। ਇਸੇ ਤਰ੍ਹਾਂ ਕਨਸੈਪਟ ਆਫ ਸੋਲ,
ਜਿਹੜਾ ਰੱਬ ਆਤਮਾ ਦਾ ਕਨਸੈਪਟ ਉਹ ਵੀ ਜਿਹੜਾ ਵੱਖਰਾ ਹੈ। ਫਿਰ ਰੱਬ ਤੇ ਆਤਮਾ ਦਾ ਮਿਲਾਪ ਕਿਵੇਂ ਹੋਏਗਾ, ਇਹ ਤੀਸਰਾ ਟੌਪਿਕ ਹੈ। ਫਿਰ ਮਿਲਾਪ ਤੋਂ ਬਾਅਦ ਵਾਲੀ ਜ਼ਿੰਦਗੀ ਕਿਵੇਂ ਦੀ ਹੋਣੀ ਚਾਹੀਦੀ ਹੈ, ਚੌਥਾ ਟੌਪਿਕ ਹੈ। ਫਿਰ ਫਿਜ਼ੀਕਲੀ ਸਾਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ, ਉਹ ਖਾਣ ਪੀਣ ਤੋਂ ਲੈ ਕੇ, ਇਹ ਗੁਰੂ ਗ੍ਰੰਥ ਸਾਹਿਬ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਹੋਰ ਸੋਣਾ ਖੁਸ਼ੀ ਖੁਆਰ, ਸਾਰੀਆਂ ਫਿਜ਼ੀਕਲੀ ਐਕਟੀਵਿਟੀਜ਼, ਸਰੀਰਕ ਤਲ ਤੇ ਧਰਮ ਸਾਨੂੰ ਕੀ ਅਗਵਾਈ ਕਰਦਾ, ਇਹ 7 ਜਿਹੜਾ ਸ਼ਬਦ ਹੈ ਨਾ ਇਹਦੇ 'ਚ, ਇਹ ਸਾਰੇ ਐਸਪੈਕਟ ਆ ਜਾਣਗੇ। ਫਿਰ ਮੈਂਟਲੀ ਤੌਰ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿਵੇਂ ਇਹਨੂੰ ਕੰਟਰੋਲ ਕਰਨਾ, ਕਿਉਂਕਿ ਜੋਗੀਆਂ ਦਾ ਤਾਂ ਢੰਗ ਸੋਲਿਟਰੀ ਲਾਈਫ ਹੈ, ਜਿਹੜਾ ਚਲੇ ਜਾਣਾ ਵੱਖ-ਵੱਖ ਮਜ਼ਹਬਾਂ ਦੇ ਵਿੱਚ, ਕਿਸੇ 'ਚ ਅਨਮੈਰਿਡ ਰਹਿਣਾ, ਕਿਸੇ 'ਚ ਹੋਰ ਜਿਹੜੀ ਹਦਾਇਤਾਂ ਕੀਤੀਆਂ ਗਈਆਂ ਨੇ। ਇਹਦੇ 'ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਬੰਦੇ ਦੀ ਇਹ ਮਾਨਸਿਕ ਇਮੋਸ਼ਨਲ ਲੈਵਲ ਤੇ ਬੰਦਾ ਵਿਚਰਦਾ, ਜੈਲਸੀ ਈਰਖਾ ਦਵੈਸ਼ ਦਾ ਸ਼ਿਕਾਰ ਹੁੰਦਾ, ਇਹਨੂੰ ਕਿਵੇਂ ਹੈਂਡਲ ਕਰਨਾ, ਇਹ ਜਿਹੜਾ ਅਸਲੀ ਜਿਹੜਾ 6ਵਾਂ ਟੌਪਿਕ ਇਹ ਹੈ। ਫਿਰ ਆਤਮਾ ਦੇ ਤਲ ਦੇ ਉੱਤੇ, ਕਿਉਂਕਿ ਆਤਮਾ ਦੀ ਜਦੋਂ ਅਸੀਂ ਗੱਲ ਕਰਨੇ ਆ ਤੇ ਕਈ ਸਵਰਗ ਨਰਕ ਦੀ ਗੱਲ ਕਰਦੇ ਨੇ ਵੀ ਜਿੱਥੇ ਆਤਮਾ ਨੇ ਪਹੁੰਚਣਾ ਹੈ, ਕਈ ਸੈਲਵੇਸ਼ਨ ਦੀ ਮੁਕਤ ਬੱਪੜੀ ਵੀ ਗਿਆਨੀ ਤਿਆਗ ਹੈ, ਸਾਡੀ ਆਤਮਕ ਮੰਡਲ ਵੀ ਜਿਹੜਾ ਬਿਲਕੁਲ ਵੱਖਰਾ ਹੈ, ਗਿਆਨ ਦੇ ਨਾਲ ਭਰਪੂਰ ਹੋ ਕੇ ਇਸੇ ਦੁਨੀਆ ਦੇ ਅੰਦਰ ਜਿਹੜਾ ਰੱਬ ਨੂੰ ਮਹਿਸੂਸ ਕਰਕੇ ਵਿਚਰਨਾ। ਫਿਰ ਬੌਧਿਕ ਲੈਵਲ ਤੇ, ਕਿਉਂਕਿ ਅੱਜ ਨਾ ਆਮ ਹੀ ਗੱਲ ਕਹੀ ਜਾਂਦੀ, ਖਾਸ ਕਰਕੇ ਜਦੋਂ ਦਾਸ ਕਿਧਰੇ ਲੈਕਚਰ ਜਾਂ ਕਥਾ ਕਰਨ ਦਾ ਯਤਨ ਕਰਦਾ ਨਾ, ਕਈ ਵਾਰੀ ਕਹਿੰਦੇ ਤੁਸੀਂ ਸਾਇੰਸ ਦੀਆਂ ਗੱਲਾਂ ਬੜੀਆਂ ਕਰਦੇ ਹੋ, ਤੇ ਸਾਨੂੰ ਇਹ ਪਤਾ ਨਹੀਂ ਵੈਸੇ ਦੂਸਰੇ ਮਜ਼ਹਬਾਂ ਦੀ ਇਹ ਗੱਲ ਹੋ ਸਕਦੀ ਹੈ, ਕਿਉਂਕਿ ਉਹ ਅੰਧ ਵਿਸ਼ਵਾਸ ਦੇ ਉੱਤੇ ਤੇ ਕਰਮ ਕਾਂਡਾਂ ਦੇ ਉੱਤੇ ਜ਼ਿਆਦਾ ਬੇਸ ਨੇ। ਇਸ ਕਰਕੇ ਉਹਨਾਂ ਦੇ ਜਿਹੜੇ ਧਾਰਮਿਕ ਗ੍ਰੰਥ ਨੇ ਉਹ ਚੈਲੰਜ ਹੋ ਚੁੱਕੇ ਨੇ, ਬਾਈਬਲ ਚੈਲੰਜ ਹੋ ਚੁੱਕੀ ਹੈ, ਵੇਦ ਜਿਹੜੇ ਸ਼ਾਸਤਰ ਪੁਰਾਣ ਚੈਲੰਜ ਹੋ ਚੁੱਕੇ ਨੇ, ਤੇ ਗੁਰੂ ਸਾਹਿਬ ਜੀ ਨੇ ਆਪ ਸਿਮਰਤ ਸ਼ਾਸਤਰ ਪਾਪ ਪੁੰਨ ਵਿਚਾਰਦੇ ਤੱਤੈ ਸਾਰ ਨਾ ਜਾਣੀ, ਤੇ ਉਹ ਜਿਹੜੇ ਚੈਲੰਜ ਹੋ ਚੁੱਕੇ ਨੇ, ਕੁਰਾਨ ਹੋਰ ਧਾਰਮਿਕ ਗ੍ਰੰਥ ਚੈਲੰਜ ਹੋ ਚੁੱਕੇ ਨੇ। ਇਸ ਕਰਕੇ ਦੂਸਰੇ ਲੋਕਾਂ ਨੇ ਤੇ ਇਹ ਜਿਹੜਾ ਕਹਿਣਾ ਸ਼ੁਰੂ ਕਰ ਦਿੱਤਾ ਵੀ ਸਾਇੰਸ ਦਾ ਤੇ ਧਰਮ ਦਾ ਕੋਈ ਮਿਲਾਪ ਨਹੀਂ, ਇਹ ਸਿੱਖਾਂ ਨੇ ਵੀ ਗੱਲ ਰੱਟ ਰਹੀ। ਹਾਲਾਂਕਿ ਸਾਇੰਸ ਦੀ ਜਿਹੜੀ ਡੈਫੀਨੇਸ਼ਨ ਹੈ ਨਾ ਵੀ ਸਿਸਟੇਮੈਟਿਕ ਤੇ ਆਰਗੇਨਾਈਜ਼ਡ ਵੇ ਆਫ ਨੌਲੇਜ ਹੈ। ਸਿਰਫ ਜਦੋਂ ਸਿਸਟਮ ਦੇ ਨਾਲ ਅਸੀਂ ਜਿਹੜਾ ਛੋਟੇ ਤੋਂ ਲੈ ਕੇ ਜਿਹੜਾ ਲਗਾਤਾਰ ਕੁਦਰਤ ਨੂੰ ਤੇ ਸੰਸਾਰ ਨੂੰ ਤੇ ਨਿਰੰਕਾਰ ਨੂੰ ਸਮਝਣ ਦਾ ਯਤਨ ਕਰਨੇ ਆ, ਇਹਦੇ ਤੋਂ ਗੁਰੂ ਸਾਹਿਬ ਜੀ ਨੇ ਸਾਨੂੰ ਵਰਜਿਆ ਨਹੀਂ। ਇੱਥੇ ਤੇ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਬੌਧਿਕ ਤਲ ਤੇ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਸੰਪਾਦਨਾ ਕੀਤੀ ਗਈ, ਤੁਸੀਂ ਵੇਖੋ ਗੁਰੂ ਸਾਹਿਬ ਨੇ ਕੇਵਲ ਆਪਣੀ ਬਾਣੀ ਨਹੀਂ ਦਰਜ ਕੀਤੀ, ਬਾਬਾ ਕਬੀਰ ਜੀ, ਭਗਤ ਜਿਹੜੇ ਰਵਿਦਾਸ ਜੀ, ਇਸੇ ਤਰ੍ਹਾਂ ਭਗਤ ਨਾਮਦੇਵ ਜੀ ਤੇ 15 ਭਗਤਾਂ ਦੀ ਬਾਣੀ ਦਰਜ ਕਰਕੇ ਇਹ ਦੱਸ ਦਿੱਤਾ ਕਿ ਸਿੱਖੋ ਗਿਆਨ ਦੀ ਸੱਚਾਈ ਦੀ ਗੱਲ ਜਿੱਥੋਂ ਵੀ ਮਿਲੇ, ਗਿਆਨ ਗੁਰੂ ਆਤਮ ਉਪਦੇਸ਼ੋ ਦੀ ਗੱਲ ਵੀ ਸਿੱਖ ਫਲਸਫੇ ਦੇ ਵਿੱਚ ਮਿਲਦੀ ਹੈ, ਗਿਆਨ ਮਹਾਰਸ ਭੋਗਵੈ ਬਹੁੜ ਦੁੱਖ ਨਾ ਹੋਵੇ, ਤੇ ਇਹੀ ਗੱਲ ਗੁਰੂ ਸਾਹਿਬ ਜੀ ਨੇ ਬਾਣੀ 'ਚ ਬਿਆਨ ਕੀਤੀ ਹੈ। ਇਹਦਾ ਮਤਲਬ ਹੈ ਵੀ ਸਾਡਾ ਜਿਹੜਾ ਬੌਧਿਕ ਲੈਵਲ ਉੱਚਾ ਚੁੱਕਣ ਲਈ ਸਾਨੂੰ ਕੋਈ ਰਿਸਟ੍ਰਿਕਸ਼ਨਸ ਨਹੀਂ ਲਾਈਆਂ ਗਈਆਂ ਕਿ ਫਲਾਣਾ ਟੌਪਿਕ ਤੁਸੀਂ ਨਹੀਂ ਪੜ੍ਹਨਾ। ਇਸ ਕਰਕੇ ਤੁਸੀਂ ਵੇਖੋ ਜਿਹੜੀ ਰਹਿਤ ਮਰਿਆਦਾ ਦੇ ਵਿੱਚ ਕਥਾ ਦੀ ਵੀ ਵਿਆਖਿਆ ਕੀਤੀ ਗਈ ਹੈ ਨਾ, ਦੇ ਕਥਾ ਦੇ ਟੌਪਿਕ ਹੇਠ ਹਿਦਾਇਤ ਕੀਤੀ ਗਈ ਹੈ ਵੀ ਸਾਡਾ ਮੇਨ ਮਕਸਦ ਆ ਗੁਰਬਾਣੀ ਦੇ ਸਿਧਾਂਤਾਂ ਨੂੰ ਦ੍ਰਿੜ ਕਰਾਉਣਾ, ਗੁਰਮਤ ਨੂੰ ਦ੍ਰਿੜ ਕਰਾਉਣਾ। ਉਹਦੇ 'ਚ ਅਸੀਂ ਅਨਮਤ ਕੀ ਦੁਨੀਆ ਦੇ ਕਿਸੇ ਵੀ ਲਿਟਰੇਚਰ 'ਚੋਂ ਐਗਜ਼ਾਮਪਲ ਲੈਣੀ ਹੋਵੇ ਤੇ ਸਾਨੂੰ ਅਸੀਂ ਗਿਆਨ ਨੂੰ ਵੈਲਕਮ ਕਹਿਣ ਵਾਲੇ ਲੋਕਾਂ ਅਸੀਂ ਜਿਹੜੀ ਉਹ ਐਗਜ਼ਾਮਪਲ ਲੈ ਸਕਦੇ ਹਾਂ। ਇਸ ਕਰਕੇ ਗੁਰੂ ਸਾਹਿਬ ਜੀ ਨੇ ਗਿਆਨ ਦੇ ਤਲ ਤੇ ਬੌਧਿਕ ਤਲ ਤੇ ਸਾਨੂੰ ਕੀ ਅਗਵਾਈ ਕੀਤੀ ਹੈ, ਇਹ 8ਵਾਂ ਟੌਪਿਕ ਹੈ। ਇਸੇ ਤਰ੍ਹਾਂ ਆਰਥਿਕ ਢਾਂਚਾ, ਆਰਥਿਕ ਤੌਰ ਤੇ ਛੋਟੀ ਜਿਹੀ ਇੱਕ ਐਗਜ਼ਾਮਪਲ, ਆ ਕੁਝ ਸਮਾਂ ਪਹਿਲਾਂ ਨਾ ਸੁਸ਼ਮਾ ਸਵਰਾਜ ਨੇ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਗੱਲ ਕਹੀ ਸੀ, ਹੋ ਸਕਦਾ ਸਾਨੂੰ ਬਹੁਤ ਲੋਕਾਂ ਨੂੰ ਉਹਦਾ ਸਮਝਣਾ ਹੋਵੇ। ਉਹਨਾਂ ਨੇ ਗੁਰੂ ਗ੍ਰੰਥ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸੰਬੋਧਨ ਕਰਦਿਆਂ ਗੱਲ ਕਹੀ ਸੀ ਕਿ ਅੱਜ ਜਿਹੜਾ ਵਰਲਡ ਦੇ ਵਿੱਚ ਪ੍ਰੋਟੈਕਸ਼ਨਿਜ਼ਮ ਹੈ, ਪ੍ਰੋਟੈਕਸ਼ਨਿਜ਼ਮ ਦਾ ਮਤਲਬ ਹੈ ਜਦੋਂ ਇੰਡਸਟਰੀਅਲ ਰੈਵੋਲਿਊਸ਼ਨ ਇੱਥੇ ਯੂਰਪ ਦੇ ਵਿੱਚ ਆਇਆ ਨਾ, ਇਹਨਾਂ ਨੇ ਆਪਣੀਆਂ ਮੰਡੀਆਂ ਦਾ ਜਿਹੜਾ ਮਾਲ ਵੇਚਣਾ ਸੀ ਦੂਸਰੇ ਮੁਲਕਾਂ ਦੇ ਵਿੱਚ, ਇਹਨਾਂ ਨੇ ਸਾਰਿਆਂ ਨੂੰ ਕਿਹਾ ਵੀ ਆਪਣੇ ਜਿਹੜਾ IMF ਲੋਨ ਹੀ ਇਸ ਤਰ੍ਹਾਂ ਦਿੰਦਾ ਸੀ। ਤੁਹਾਨੂੰ ਪਤਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਨੇ ਜਿਹੜੇ LPG ਰਿਫਾਰਮ ਲਿਆਂਦੇ ਸਨ, ਤੇ ਉਹ ਸ਼ਰਤ ਹੀ ਇਹ ਸੀ ਵੀ ਸਾਰਾ ਵਰਲਡ ਇੱਕ ਮਾਰਕੀਟ ਹੈ ਤੇ ਤੁਹਾਨੂੰ ਵੀ ਆਪਣਾ ਦੇਸ਼ ਖੋਲ੍ਹ ਦੇਣਾ ਚਾਹੀਦਾ। ਪਹਿਲਾਂ ਸਾਰਾ ਉਹ ਪਬਲਿਕ ਸੈਕਟਰ ਸੀ, ਉਹ ਕਹਿੰਦੇ ਸੀ ਜਿਵੇਂ ਗੋਰੇ ਟ੍ਰੇਡ ਕਰਨ ਆਏ ਨੇ, ਇਸ ਤਰ੍ਹਾਂ ਕਿਧਰੇ ਦੁਬਾਰਾ ਟ੍ਰੇਡ ਕਰਨ ਕੰਪਨੀਆਂ ਆ ਕੇ ਸਾਨੂੰ ਗੁਲਾਮ ਨਾ ਬਣਾ ਲੈਣ,
ਤੇ ਹਿੰਦੁਸਤਾਨ ਦੀ ਇਕਨੋਮਿਕ ਢਾਂਚਾ ਖੁੱਲ੍ਹਾ ਨਹੀਂ ਸੀ। ਉਹ ਰਿਫੋਰਮੇਸ਼ਨ ਆਇਆ ਤੇ ਸਾਰਿਆਂ ਲਈ ਉਹ ਖੋਲ੍ਹ ਦਿੱਤਾ ਗਿਆ। ਤੇ ਇਸ ਤਰ੍ਹਾਂ ਗਰੀਬਾਂ ਦੇਸ਼ਾਂ ਦੇ ਵਿੱਚ ਖੋਲ੍ਹ ਕੇ ਇਹਨਾਂ ਨੇ ਵਪਾਰ ਬਹੁਤ ਕੀਤਾ, ਟ੍ਰੇਡ ਕੀਤਾ। ਜਦੋਂ ਉੱਥੇ ਵੀ ਇੰਡਸਟਰੀ ਆਈ ਲੋਕਾਂ ਦੇ, ਜੋ ਕਿਉਂਕਿ ਲੇਬਰ ਸਸਤੀ ਸੀ, ਸਮਾਨ ਸੀ, ਐਕਸਪੋਰਟ ਹੋਣਾ ਸ਼ੁਰੂ ਹੋਇਆ ਤੇ ਇਹਨਾਂ ਨੇ ਟੈਰਿਫ ਆਦਿਕ ਲਗਾ ਕੇ ਨਾ ਤੇ ਜਿਹੜਾ ਉਹਨੂੰ ਯਤਨ ਕੀਤਾ। ਤੇ ਉਹ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਜਿਹੜਾ ਨਾ ਖਾਵੋ ਖਰਚੋ ਰਲ ਮਿਲ ਭਾਈ। ਅੱਜ ਵਰਲਡ ਨੂੰ ਜੇ ਕੋਈ ਸੇਵ ਕਰ ਸਕਦਾ ਹੈ, ਜਿੱਥੇ ਪ੍ਰੋਟੈਕਸ਼ਨਿਜ਼ਮ ਦੀਆਂ ਆਰਥਿਕ ਪਾਲਿਸੀਜ਼ ਜਿਹਦੇ ਰਾਹੀਂ ਇਕਨੋਮਿਕ ਢਾਂਚਾ ਕੋਈ ਵੀ ਦੁਨੀਆ ਨਾਲ ਜਿਹੜਾ ਇਨਸਾਫ ਨਹੀਂ ਕਰ ਰਿਹਾ, ਕਿਉਂਕਿ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ, ਗਰੀਬ ਹੋਰ ਲੱਤਰਦਾ ਜਾ ਰਿਹਾ ਹੈ। ਤੇ ਜੇ ਗੁਰੂ ਨਾਨਕ ਸਾਹਿਬ ਜੀ ਨੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਜਾਂ ਜਿਹੜੇ ਸਿਧਾਂਤਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬੇਸ ਹੈ, ਤੇ ਅਸਲ ਦੇ ਵਿੱਚ ਉਹਨਾਂ ਦੇ ਨਾਲ ਹੀ ਸੰਸਾਰ ਦਾ ਭਲਾ ਹੋ ਸਕਦਾ ਹੈ। ਇਹ ਬੜੀ ਵੱਡੀ ਗੱਲ ਹੈ ਜਦੋਂ ਕਿਧਰੇ ਵਰਲਡ ਦੇ ਪਾਲਿਸੀ ਮੇਕਰ ਬਹਿ ਕੇ ਇਹ ਸੋਚਦੇ ਨੇ। ਕਹਿਣ ਤੋਂ ਮੁਰਾਦ ਅਸਲ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਆਰਥਿਕ ਤੌਰ ਤੇ ਕੀ ਅਗਵਾਈ ਕੀਤੀ, ਇਹ ਬੜਾ ਵੱਡਾ ਟੌਪਿਕ ਹੈ। ਅੱਜ ਤੇ ਅਸੀਂ ਕੇਵਲ ਇੱਕ ਬਲੂਪ੍ਰਿੰਟ ਵੀ ਖਾਕਾ ਜਿਹਾ ਚਿੱਤਰਨ ਦਾ ਯਤਨ ਕਰ ਰਹੇ ਹਾਂ। ਇਸੇ ਤਰ੍ਹਾਂ ਵੱਖ-ਵੱਖ ਧਰਮ ਨੇ। ਤੁਹਾਨੂੰ ਪਤਾ ਧਰਮਾਂ ਦੇ ਵਿੱਚ ਫਨੈਟਿਸਿਜ਼ਮ ਹੈ। ਜਿਵੇਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਕੇ, ਕਿਉਂਕਿ ਟਾਈਮ ਲੰਘਦਾ ਜਾ ਰਿਹਾ ਹੈ, ਤੇ ਗੁਰੂ ਸਾਹਿਬ ਜੀ ਨੇ ਜਿਹੜਾ ਸਾਨੂੰ ਧਰਮ ਦਿੱਤਾ ਨਾ, ਖਾਸ ਕਰਕੇ ਉਹ ਸੀ ਏਕ ਪਿਤਾ ਏਕ ਸਕੇ ਹਮ ਬਾਰਕ। ਤੇ ਨਾਲ ਇਹਦੀ ਮਹਾਨਤਾ ਕਿੰਨੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਇੱਕ ਘਟਨਾ ਤੋਂ, ਕਿਉਂਕਿ ਸਦਾ ਲਈ ਜਦੋਂ ਅਸੀਂ ਘਟਨਾ ਦਾ ਜ਼ਿਕਰ ਕਰਨੇ ਆ ਤੇ ਦਿਮਾਗ ਦੇ ਵਿੱਚ ਇਹ ਆਈਡੀਓਲੋਜੀ ਬਹਿ ਜਾਂਦੀ ਹੈ। ਤੇ ਜਦੋਂ ਬਾਬਰ ਨੇ ਐਮਨਾਬਾਦ ਦੀ ਧਰਤੀ ਤੇ ਹਮਲਾ ਕੀਤਾ ਤੇ ਉਸ ਸਮੇਂ ਭਾਈ ਮਰਦਾਨਾ ਜੀ ਨੇ ਇੱਕ ਗੱਲ ਕਹੀ ਸੀ, ਕਿਉਂਕਿ ਸ਼ਬਦਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਕਿਹਾ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ। ਤੇ ਉਹਦੇ ਵਿੱਚ ਹੀ ਪੰਕਤੀਆਂ ਸਨ। ਗੁਰੂ ਸਾਹਿਬ ਜੀ ਨੇ ਅੱਗੋਂ ਦੇ ਜੇ ਚੇਤੀਆ ਤਾਂ ਕਾਇਤ ਮਿਲਾ ਸਜਾਏ, ਵੀ ਜੇ ਇਹਨਾਂ ਨੇ ਹਰ ਬੰਦੇ ਨੂੰ ਕਰਮਾਂ ਦੀ ਸਜ਼ਾ ਮਿਲਦੀ ਹੈ, ਤੇ ਜੇ ਇਹਨਾਂ ਨੇ ਫਿਊਚਰਿਸਟਿਕ ਪਲਾਨ ਬਣਾ ਕੇ ਵਰਕ ਕੀਤਾ ਹੁੰਦਾ ਤੇ ਇਹਨਾਂ ਨੂੰ ਸਜ਼ਾ ਨਹੀਂ ਸੀ ਮਿਲਣੀ। ਤੇ ਭਾਈ ਮਰਦਾਨਾ ਜੀ ਨੇ, ਇਹ ਭਾਈ ਸੰਤੋਖ ਸਿੰਘ ਜੀ ਨੇ ਲਿਖੀ, ਭਾਵੇਂ ਜਿਸ ਵੀ ਢੰਗ ਦੇ ਨਾਲ, ਪਰ ਇਹ ਤੋਂ ਮੈਸੇਜ ਬਹੁਤ ਵਧੀਆ ਮਿਲਦਾ ਹੈ। ਤੇ ਕਹਿਣ ਲੱਗੇ, ਭਾਈ ਮਰਦਾਨਾ ਜੀ ਨੇ ਕਿਹਾ, ਬਾਬਾ ਜੀ ਇਹ ਸਾਰੇ ਸ਼ਹਿਰ ਦੇ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਕਤਲ ਕੀਤਾ ਗਿਆ, ਬੱਚਿਆਂ ਦੀ ਇੱਜ਼ਤਾਂ ਨੂੰ ਹੱਥ ਪਾਇਆ ਗਿਆ, ਤੁਸੀਂ ਬਾਣੀ ਦੇ ਵਿੱਚ ਵੀ ਜ਼ਿਕਰ ਕੀਤਾ, ਤੇ ਨੌਜਵਾਨਾਂ ਤੇ ਬਜ਼ੁਰਗਾਂ ਨੂੰ, ਬੱਚਿਆਂ ਨੂੰ ਕਤਲ ਕਰ ਦਿੱਤਾ ਗਿਆ। ਹਰ ਪਾਸੇ ਕੁਰਲਾਹਟ ਹੈ। ਤੇ ਸਾਰੇ ਲੋਕੀ ਤੇ ਜ਼ਾਲਮ ਨਹੀਂ ਨਾ ਹੁੰਦੇ, ਕੁਝ ਲੋਕ ਚੰਗੇ ਵੀ ਹੁੰਦੇ ਨੇ। ਤੇ ਅਸਲ ਦੇ ਵਿੱਚ ਫਿਰ ਚੰਗੇ ਲੋਕਾਂ ਨੂੰ ਵੀ ਕਿਉਂ ਸਜ਼ਾ ਮਿਲ ਗਈ, ਵੀ ਜਿਨ੍ਹਾਂ ਨੇ ਕਦੀ ਪਾਪ ਨਹੀਂ। ਤੇ ਗੁਰੂ ਸਾਹਿਬ ਜੀ ਨੇ ਕਿਹਾ ਵੀ ਕੁਝ ਦਿਨ ਬਾਅਦ ਜਵਾਬ ਦੇਵਾਂਗੇ। ਇੱਕ ਦਿਨ ਗੁਰੂ ਸਾਹਿਬ ਜੀ ਨੇ ਥੋੜਾ ਜਿਹਾ ਮਿੱਠਾ ਉਹਨਾਂ ਦੇ ਸਰੀਰ 'ਚ ਜਦੋਂ ਸੁੱਤੇ ਹੋਏ ਸੀ ਰੱਖਿਆ, ਕੀੜੀਆਂ ਆਈਆਂ। ਕਵੀ ਸੰਤੋਖ ਸਿੰਘ ਜੀ ਨੇ ਜਿਵੇਂ ਲਿਖਿਆ, ਸਮਝਾਉਣ ਦਾ ਕਵੀ ਦਾ ਢੰਗ ਹੁੰਦਾ ਹੈ। ਤੇ ਕਹਿੰਦੇ ਨੇ ਉੱਥੇ ਕੀੜੀ ਨੇ, ਇੱਕ ਨੇ ਡੰਗ ਮਾਰਿਆ ਤੇ ਉਹਨਾਂ ਨੇ ਹੱਥ ਮਾਰਿਆ, ਕਈ ਕੀੜੀਆਂ ਮਰ ਗਈਆਂ। ਗੁਰੂ ਨਾਨਕ ਸਾਹਿਬ ਜੀ ਨੇ ਹੱਸ ਕੇ ਸਵਾਲ ਕੀਤਾ, ਕਹਿਣ ਲੱਗੇ, ਭਾਈ ਮਰਦਾਨਾ ਜੀ ਇਹ ਕੀੜੀਆਂ ਨੂੰ ਕਿਉਂ ਮਾਰਿਆ? ਕਹਿਣ ਲੱਗੇ, ਅਸਲ ਦੇ ਵਿੱਚ ਇਹਨਾਂ ਨੇ ਡੰਗ ਮਾਰਿਆ ਸੀ। ਕਹਿਣ ਲੱਗੇ, ਡੰਗ ਕਿੰਨੇ ਸੀ? ਕਹਿਣ ਲੱਗੇ, ਇੱਕ। ਤੇ ਸਾਰਿਆਂ ਨੂੰ ਕਿਉਂ ਮਾਰਤਾ? ਕਹਿਣ ਲੱਗੇ, ਇਹਨਾਂ ਨੂੰ ਨਾਲ ਰਹਿਣ ਦੀ ਸਜ਼ਾ ਮਿਲ ਗਈ। ਅਸਲ ਦੇ ਵਿੱਚ ਇਸੇ ਤਰ੍ਹਾਂ ਅਸੀਂ ਸਾਰੇ ਵਰਲਡ ਦੇ ਵਿੱਚ ਇੰਟਰਕਨੈਕਟਿਡ ਆ। ਕੋਈ ਵੀ ਬੰਦਾ, ਜਿਹੜਾ ਬੰਦਾ ਕਹਿੰਦਾ ਨਾ ਮੈਂ ਕਦੇ ਕਿਸੇ ਨਾਲ ਝੂਠ ਨਹੀਂ ਬੋਲਿਆ, ਪਰ ਜੇ ਸਮਾਜ ਸੁਧਰਿਆ ਹੋਇਆ ਨਾ ਹੋਵੇ ਤੇ ਦੂਜਾ ਝੂਠ ਬੋਲ ਕੇ ਸਾਨੂੰ ਧੋਖਾ ਦੇ ਜੇ, ਸਜ਼ਾ ਸਾਨੂੰ ਵੀ ਮਿਲ ਜਾਏਗੀ। ਇਸੇ ਤਰ੍ਹਾਂ ਅਸੀਂ ਕਹੀ ਜਾਈਏ ਵੀ ਅਸੀਂ, ਸਾਡੀ ਇਹ ਫਿਲਾਸਫੀ ਹੈ ਵੀ ਸਾਰੇ ਧਰਮਾਂ ਦਾ ਸਤਿਕਾਰ ਕਰੋ, ਪਰ ਜਿਹੜੀ RSS ਦੀਆਂ ਪਾਲਿਸੀਜ਼ ਨੇ, 84 ਦੇ ਵਿੱਚ ਸਿੱਖਾਂ ਨੂੰ ਜਿਹੜਾ ਕਤਲੇਆਮ ਕੀਤਾ ਗਿਆ ਹੈ, ਉਹਨਾਂ ਦੀ ਤੇ ਪਾਲਿਸੀ ਨਹੀਂ ਨਾ ਹੈਗੀ। ਇਹਦਾ ਮਤਲਬ ਗੁਰਬਾਣੀ ਜਿਹੜੀ ਹੈ ਉਹਨੂੰ ਜਿੱਥੇ ਆਪ ਜਪੋ ਅਵਰਾ ਨਾਮ ਜਪਾਵਾ, ਉਹਦੀ ਡਿਸੈਮੀਨੇਸ਼ਨ, ਉਹਦਾ ਪ੍ਰਚਾਰ, ਪ੍ਰੋਲੀਫਰੇਸ਼ਨ ਵੀ ਹੋਣੀ ਚਾਹੀਦੀ ਉਹ ਵਿਚਾਰਧਾਰਾ ਦੀ। ਤੇ ਉਹ ਵਿਚਾਰਧਾਰਾ ਦੇ ਪ੍ਰਸਾਰ ਲਈ ਵੀ ਸਾਨੂੰ ਵਰਕ ਕਰਨਾ ਚਾਹੀਦਾ ਸੀ। ਤੇ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਗੁਰੂ ਸਾਹਿਬਾਨਾਂ ਤੱਕ ਜਿਹੜਾ ਵਰਕ ਕੀਤਾ। ਤੁਸੀਂ ਵੇਖੋ, ਅਸੀਂ ਕਹੀਏ ਵੀ ਅਸੀਂ ਸਾਈਂ ਮੀਆਂ ਮੀਰ ਦੀ ਸਾਖੀ ਸਾਡੇ ਕੋਲ ਹੈ, ਪੀਰ ਬੁੱਧੂ ਸ਼ਾਹ ਨਾਲ ਅਸੀਂ ਕੋਈ ਵੀ ਜਿਹੜਾ ਵਿਤਕਰਾ ਨਹੀਂ ਕੀਤਾ। ਗੁਰੂ ਸਾਹਿਬ ਨੇ ਬਰਾਬਰ ਉਹਨੂੰ ਆਪਣੇ ਸਿੱਖਾਂ ਦੇ ਬਰਾਬਰ ਟਰੀਟ ਕੀਤਾ, ਬਕਾਇਦਾ ਜ਼ਿਆਦਾ ਸਤਿਕਾਰ ਕੀਤਾ ਹੈ। ਪਰ ਅੱਜ ਪਾਕਿਸਤਾਨ ਦੇ ਵਿੱਚ ਕਿਵੇਂ ਸਿੱਖਾਂ ਦੇ ਕਈ ਵਾਰੀ ਸਿਰ ਵੜ ਦਿੱਤੇ ਜਾਂਦੇ ਨੇ, ਕੁੜੀਆਂ ਨੂੰ ਚੁੱਕ ਲਿਆ ਜਾਂਦਾ ਹੈ ਘਰਾਂ ਦੇ ਵਿੱਚੋਂ। ਤੇ ਅੱਜ ਵੀ ਕਿਉਂਕਿ ਫਨੈਟਿਸਿਜ਼ਮ ਉੱਥੇ ਹੈ, ਉੱਥੇ ਜਿਹੜਾ ਫੰਡਾਮੈਂਟਲ ਸੋਚ ਉਹਨੂੰ ਨਹੀਂ ਰੋਕ ਸਕਦੇ। ਉਹ ਤਾਂ ਹੀ ਰੁਕੇਗੀ
ਜਿਹੜੀ ਗੱਲ ਗੁਰੂ ਸਾਹਿਬ ਨੇ ਇਸ ਸ਼ਬਦ ਦੇ ਵਿੱਚ ਵੀ ਕਹੀ ਹੋਈ ਹੈ, ਇਹ ਵਸਤ ਤਜੀ ਨਾ ਜਾਈ। ਇੱਥੇ ਜਿਹੜੀ ਰਿਐਲਿਟੀ ਹੈ ਨਾ ਧਰਮਾਂ ਦੀ, ਵੀ ਜਿਹੜੀ ਸਾਰੀ ਇੰਟਰਫੇਥ ਹਾਰਮਨੀ ਦੀ ਗੱਲ ਹੈ, ਉਹ ਕੇਵਲ ਸਿੱਖੀਜ਼ਮ ਕਰਦਾ, ਨਹੀਂ ਤੇ ਸਾਰੇ ਮਜ਼ਹਬਾਂ ਨੇ ਧਰਮਾਂ ਦੇ ਨਾਂ ਤੇ ਜ਼ੁਲਮ ਕੀਤੇ ਨੇ। ਸਿੱਖਾਂ ਕੋਲ ਇੱਕੋ ਵਾਰੀ ਰਾਜ ਆਇਆ, ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਤੇ ਉਹਦੇ ਵਿੱਚ ਧਰਮ ਨੂੰ ਆਧਾਰ ਬਣਾ ਕੇ ਕਿਸੇ ਧਾਰਮਿਕ ਅਸਥਾਨ ਤੇ ਜਿਹੜਾ ਅਟੈਕ ਨਹੀਂ ਕੀਤਾ ਗਿਆ, ਕਿਸੇ ਬੰਦੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ, ਉਹਨਾਂ ਦੀਆਂ ਇੱਜ਼ਤ ਆਬਰੂ ਨੂੰ ਹੱਥ ਨਹੀਂ ਪਾਇਆ ਗਿਆ। ਇਹ ਖਾਲਸੇ ਦੇ ਰਾਜ ਦੇ ਵਿੱਚ ਵਾਪਰਿਆ। ਇਸ ਕਰਕੇ ਸਾਡਾ ਜਿਹੜਾ ਧਾਰਮਿਕ ਸਾਰੇ ਪ੍ਰਿੰਸੀਪਲ ਜਾਂ ਸਾਡੀ ਜਿਹੜੀ ਆਈਡੀਓਲੋਜੀ ਜਿਹੜੀ ਸੱਚ ਤੇ ਬੇਸ ਹੈ ਨਾ, ਲਿਵ ਤੇ ਲੈਟ ਲਿਵ, ਉਹ ਆਪਣੇ ਆਪ ਦੇ ਵਿੱਚ ਯੂਨੀਕ ਹੈ, ਉਹ ਕਿਸੇ ਨਾਲ ਮੈਚ ਨਹੀਂ ਕਰਦੀ। ਇਸੇ ਤਰ੍ਹਾਂ ਪੋਲੀਟੀਕਲੀ ਤੌਰ ਤੇ ਗੁਰੂ ਸਾਹਿਬ ਨੇ ਵੇਖੋ ਕੱਲਾ ਜਿਹੜਾ ਧਾਰਮਿਕ ਗੱਲਾਂ ਨਹੀਂ, ਰਾਜੇ ਸ਼ੀਹ ਮੁਕੱਦਮ ਕੁੱਤੇ ਕਹਿ ਕੇ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕੀਤੀ ਸ਼ੁਰੂਆਤ, ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੱਕ ਉਹ ਜਿਹੜੀ ਬਾਣੀ ਦੀ ਫਿਲਾਸਫੀ ਪਹੁੰਚੀ, ਤੇ ਹੇ ਹੋਆ ਹਲੇਮੀ ਰਾਜ ਜੀਓ ਦੀ ਗੱਲ ਕੀਤੀ ਵੀ ਪੋਲੀਟੀਕਲ ਸਿਸਟਮ ਕਿਹੋ ਜਿਹਾ ਹੋਣਾ ਚਾਹੀਦਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਸੱਚ ਹੈ। ਕਹਿਣ ਦਾ ਮਤਲਬ ਟੋਟਲ ਮਿਲਾ ਕੇ ਨਾ ਅਸਲ ਦੇ ਵਿੱਚ ਇਹ 12 ਕੁ ਟੌਪਿਕ ਬਣਦੇ ਨੇ, ਜਿਹਦੇ ਨਾਲ ਹਰ ਬੰਦੇ ਦਾ ਵਾਹ ਪੈਂਦਾ, ਡਾਇਰੈਕਟ ਇਨਡਾਇਰੈਕਟ, ਤੇ ਇਹਨਾਂ ਢਾਂਚਿਆਂ 'ਚੋਂ ਅਸੀਂ ਗੁਜ਼ਰਨੇ ਆ। ਤੇ ਗੁਰੂ ਸਾਹਿਬ ਜੀ ਦਾ ਜਦੋਂ ਇਹ ਸ਼ਬਦ ਹੈ ਨਾ ਸੱਚ, ਇੱਥੇ ਸਾਰੀਆਂ ਨਵੀਆਂ ਜਿਹੜੀਆਂ ਗੁਰੂ ਸਾਹਿਬ ਜੀ ਨੇ ਥਿਊਰੀ ਪ੍ਰਿੰਸੀਪਲਸ ਦਿੱਤੇ ਨੇ, ਤੇ ਨਵੀਂ ਆਈਡੀਓਲੋਜੀ ਜਿਹੜੀ ਟੋਟਲ ਦਿੱਤੀ ਗਈ ਹੈ ਸੋਸਾਇਟੀ ਨੂੰ ਮੈਟਾਮੋਰਫੋਸਿਸ ਕਾਇਆ ਕਲਪ ਕਰਨ ਦੇ ਲਈ, ਤੇ ਇਹਦਾ ਮਤਲਬ ਹੈ ਇਹ ਗੁਰਬਾਣੀ ਦਾ ਸੱਚ ਹੈ। ਫਿਰ ਸੰਤੋਖ, ਸੰਤੋਖ ਦਾ ਮਤਲਬ ਹੈ ਜਿਵੇਂ ਗੁਰੂ ਸਾਹਿਬ ਜੀ ਦੇ ਬਚਨ ਨੇ ਨਾ, ਸੇਵ ਕੀਤੀ ਸੰਤੋਖੀ। ਜਿਹੜਾ ਬੰਦਾ ਮਾਇਆ ਦੇ ਨਾਲ ਲਿਬਰੇਜ ਹੈ, ਇੰਟੈਂਗਲਡ ਹੈ, ਤੇ ਅਸਲ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਸੈਲਫ ਸੈਂਟਰਿਕ ਹੋ ਕੇ ਵਿਚਰ ਰਿਹਾ, ਉਹ ਦੁਨੀਆ ਦਾ ਭਲਾ ਨਹੀਂ ਕਰ ਸਕਦਾ। ਉਹ ਦੁਨੀਆ ਨੂੰ ਕੰਜ਼ਿਊਮ ਕਰ ਸਕਦਾ, ਲੋਕਾਂ ਨੂੰ ਧੋਖਾ ਦੇ ਸਕਦਾ, ਮਾਰ ਧਾੜ ਕਰ ਸਕਦਾ ਹੈ, ਦੂਜਿਆਂ ਦੇ ਉੱਤੇ ਆਪਣੀ ਹੈਜ਼ੇਮਨੀ ਲਈ ਜ਼ੁਲਮ ਕਰ ਸਕਦਾ ਹੈ। ਪਰ ਅਸਲ ਵਿੱਚ ਜੇ ਦੁਨੀਆ ਦੀ ਭਲਾਈ ਹੋਣੀ ਹੈ ਤੇ ਉਹ ਸੰਤੋਖੀ ਬੰਦੇ ਹੀ ਕਰ ਸਕਦੇ ਨੇ, ਜਿਨ੍ਹਾਂ ਨੇ ਆਪਣੇ ਆਪ ਦੇ ਉੱਤੇ ਕੰਟਰੋਲ ਕੀਤਾ ਹੋਇਆ ਆਤਮਿਕ ਤੌਰ ਤੇ, ਜਿਨ੍ਹਾਂ ਦਾ ਜ਼ਾਬਤਾ ਕਾਇਮ ਹੈ। ਫਿਰ ਵਿਚਾਰ, ਵਿਚਾਰ ਦਾ ਮਤਲਬ ਹੈ ਦੁਨੀਆ ਦੇ ਅੰਦਰ ਹਮੇਸ਼ਾ ਨੌਲੇਜ ਜਿਹੜੀ ਸਭ ਤੋਂ ਵੱਡਾ ਸਰਮਾਇਆ ਰਹੀ ਹੈ। ਅੱਜ ਤੇ ਨੌਲੇਜ ਇਕਨੋਮੀ ਜਾਂ ਇੰਟੈਲੈਕਚੁਅਲ ਪ੍ਰਾਪਰਟੀ ਤੱਕ ਦੀ ਗੱਲ ਕਰਦੀ ਚੱਲਦੀ ਹੈ। ਸਾਰੀ ਦੁਨੀਆ ਦੇ ਅੰਦਰ ਸਾਇੰਸ ਐਂਡ ਰਿਸਰਚ ਦੇ ਵਿੱਚ ਜਿਹੜਾ ਦੇਸ਼ ਅੱਗੇ ਹੋਏਗਾ ਨਾ, ਉਹ ਦੁਨੀਆ ਨੂੰ ਲੀਡ ਕਰੇਗਾ, ਅੱਜ ਜਿਹੜਾ ਕਿਹਾ ਜਾਂਦਾ ਹੈ ਇਸ ਸਦੀ ਦੇ ਵਿੱਚ। ਤੇ ਗੁਰੂ ਸਾਹਿਬ ਜੀ ਨੇ ਸਾਨੂੰ ਗਿਆਨ ਮਹਾਰਸ ਭੋਗਵਾ ਸਭ ਤੋਂ ਵੱਡਾ ਰਸ ਭੋਗਣ ਦੇ ਲਈ ਜਿਹੜੀ ਪ੍ਰੇਰਨਾ ਕੀਤੀ ਹੈ। ਇਸ ਕਰਕੇ ਸੱਚ ਸੰਤੋਖ ਵਿਚਾਰੋ, ਇਹ ਜਿਹੜਾ ਆਤਮਾ ਦਾ ਜਿਹੜਾ ਭੋਜਨ ਹੈ ਨਾ, ਜਿਹਦੇ 'ਚ 3 ਵਸਤੂਆਂ ਗੁਰੂ ਸਾਹਿਬ ਜੀ ਨੇ ਪਾ ਦਿੱਤੀਆਂ ਇੱਥੇ, ਰਿਐਲਿਟੀ ਆਫ ਵਰਲਡ, ਰਿਐਲਿਟੀ ਆਫ ਲਾਈਫ, ਇਹ ਸਾਰੇ ਕਨਸੈਪਟ ਗੁਰੂ ਸਾਹਿਬ ਦੇ ਵੱਖਰੇ ਨੇ ਆਪਣੇ। ਤੇ ਇਸੇ ਤਰ੍ਹਾਂ ਸੰਤੋਖੀ ਬੰਦੇ ਨੂੰ ਬਣਾਇਆ ਗਿਆ ਹੈ ਵੀ ਚੰਗੇ ਡਿਸਪਲਿਨ ਵਾਲੇ ਤੇ ਸੱਚ ਨਾਲ ਜੁੜੇ ਹੋਏ ਲੋਕ ਤਿਆਰ ਕੀਤੇ ਫਿਲਾਸਫੀ ਨੇ। ਤੇ ਵਿਚਾਰੋ, ਵਿਚਾਰ ਦੀ ਗੁਰੂ ਸਾਹਿਬ ਜੀ ਨੇ ਗੱਲ ਕੀਤੀ ਹੈ। ਤੇ ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਅੰਮ੍ਰਿਤ ਉਸ ਸਬਸਟੈਂਸ ਨੂੰ ਕਿਹਾ ਜਾਂਦਾ ਹੈ ਜਿਹਨੂੰ ਪੀ ਕੇ ਬੰਦੇ ਦੀ ਮੌਤ ਨਾ ਹੋਵੇ। ਫਿਜ਼ੀਕਲੀ ਤੇ ਸਾਰਿਆਂ ਨੇ ਜਾਣਾ ਹੈ, ਪਰ ਆਈਡੀਓਲੋਜੀਕਲੀ ਛੋਟੀ ਜੀ ਐਗਜ਼ਾਮਪਲ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਨਾ, ਹਾਲਾਂਕਿ ਅੱਜ ਨਾਲ ਕੰਪੇਅਰ ਕਰੀਏ ਕੋਈ ਬੰਦਾ ਉਹਦੇ 'ਚ ਨੁਕਸ ਕੱਢ ਸਕਦਾ ਹੈ, ਪਰ ਅੱਜ ਵੀ ਵਰਲਡ ਦੇ ਵਿੱਚ ਆ ਭਾਵੇਂ ਇੰਗਲੈਂਡ ਤੋਂ ਮੈਗਜ਼ੀਨ ਛਪਦਾ ਹੋਵੇ ਤੇ ਭਾਵੇਂ ਵਰਲਡ ਨੇ ਇਹ ਮੰਨਿਆ ਹੈ ਕਿ ਉਹ ਸਭ ਤੋਂ ਵਧੀਆ ਸਦੀ ਦਾ ਰਾਜ ਰਿਹਾ ਉਸ ਸਮੇਂ ਦਾ। ਉਸ ਸਮੇਂ ਵਰਲਡ ਦੇ ਵਿੱਚ ਇੰਨਾ ਇਨਸਾਫ ਜਸਟਿਸ ਵਾਲਾ ਰਾਜ ਕਿਸੇ ਵੀ ਦੁਨੀਆ ਦੇ ਕੋਲ ਨਹੀਂ ਸੀ। ਅੱਜ ਥਰੇਸਾ ਮੇ ਨੇ ਇੱਕ ਵਾਰੀ ਜਿਹੜਾ ਗੁਰਦੁਆਰੇ ਦੇ ਵਿੱਚ ਵਿਜ਼ਿਟ ਕਰਕੇ ਕਿਹਾ ਸੀ ਵੀ ਅੱਜ ਜਿਹੜਾ ਸਾਰੇ ਪਾਸੇ ਜਗਤ ਜਲੰਦਾ ਹੈ ਨਾ, ਜੇ ਇਹਨੂੰ ਕੋਈ ਵਧੀਆ ਕੋਈ ਇਹੋ ਜੀ ਆਈਡੀਓਲੋਜੀ ਅੱਜ ਸਾਰੀ ਦੁਨੀਆ ਨਾਲ ਇਨਸਾਫ ਕਰ ਸਕਦੀ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਹੈ। ਇਹ ਅਸਲ ਇਹ ਵੱਖਰੀ ਗੱਲ ਹੈ ਵੀ ਅਸੀਂ ਉਹਦੀ ਜਿਹੜੀ ਸੀਰੀਅਸਨੈਸ ਨੂੰ, ਪ੍ਰੋਫਾਊਂਡਨੈਸ ਨੂੰ ਸਮਝਣ ਦੇ ਸਮਰੱਥ ਨਾ ਹੋਈਏ। ਪਰ ਅਸਲ ਵਿੱਚ ਜਿਨ੍ਹਾਂ ਨੇ ਵੀ ਉਹ ਸਿਧਾਂਤਾਂ ਨੂੰ ਪੜ੍ਹਿਆ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਇਹ ਅੰਮ੍ਰਿਤ ਵਿਚਾਰਧਾਰਾ ਹੈ, ਅਮਰ ਕਰ ਦਿੰਦੀ। ਕਹਿਣ ਦਾ ਮਤਲਬ ਉਹ ਸਿਧਾਂਤ ਜਿਹੜੇ ਸਦਾ ਦੁਨੀਆ ਦੇ ਉੱਤੇ ਰਹਿਣਗੇ। ਜਿਵੇਂ ਅਸਲ ਦੇ ਵਿੱਚ ਭਾਵੇਂ ਰਾਜ ਦੀ ਗੱਲ ਹੋਵੇ, ਇਕਨੋਮੀ ਦੀ ਗੱਲ, ਕਿਰਤ ਕਰੋ ਨਾਮ ਜਪੋ ਵੰਡ ਛਕੋ ਦੀ ਗੱਲ ਹੋਵੇ, ਭਾਵੇਂ ਸੁਸਾਇਟੀ ਨੂੰ ਵਧੀਆ ਬਣਾਉਣ ਦੀ ਗੱਲ ਹੋਵੇ, ਹਰ ਪੱਖੋਂ ਇਹ ਵਿਚਾਰਧਾਰਾ ਅੰਮ੍ਰਿਤ ਹੈ
ਅਮਰ ਰਹਿਣ ਵਾਲੀ, ਇਹ ਸੱਚਾਈ ਤੇ ਆਧਾਰਿਤ ਹੈ। ਜੇ ਇਹੋ ਜਿਹਾ ਸਮਾਜ, ਹਾਲਾਂਕਿ ਅਜੇ ਅਸੀਂ ਸਿਰਜਿਆ ਨਹੀਂ, ਸਿੱਖਾਂ ਨੇ, ਜੇ ਸਿਰਜਿਆ ਜਾਏ ਤੇ ਉਹ ਅਸਲ ਦੇ ਵਿੱਚ ਅਮਰ ਸਮਾਜ ਹੋਏਗਾ। ਕਹਿਣ ਦਾ ਮਤਲਬ ਅੰਮ੍ਰਿਤ ਦੇ ਉੱਤੇ ਜਿਹੜਾ ਬੇਸ ਹੋਏਗਾ ਉਹ। ਤੇ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਨਾਮ, ਕਿਉਂਕਿ ਸਾਰਾ ਜਿਹੜੀ ਵਿਚਾਰਧਾਰਾ ਉਹਨੂੰ ਗੁਰੂ ਸਾਹਿਬ ਜੀ ਨਾਮ ਕਹਿ ਰਹੇ ਨੇ, ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਠਾਕੁਰ ਜਿਹੜਾ ਸ਼ਬਦ ਹੈ ਨਾ, ਠਾਕ ਜਮਾ ਉਰ, ਜਿਹਦੇ ਹੁਕਮ ਨੂੰ ਕੋਈ ਜਿਹੜਾ ਤਬਦੀਲ ਨਾ ਕਰ ਸਕੇ, ਅਸਲ ਵਿੱਚ ਇੰਨਾ ਪ੍ਰਗਾੜ ਹੋਵੇ, ਜਿਹਦੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਜਿਹੜਾ ਕੁਦਰਤ ਦੇ ਲਾਅ ਆਫ ਨੇਚਰ ਦੇ ਉੱਤੇ ਬੇਸ ਹੋਵੇ। ਤੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਵੀ ਉਹ ਇਹਦੀ ਜਿਹੜੀ ਅਸਲ ਵਿੱਚ ਗ੍ਰੇਵਨੈਸ ਹੈ, ਉਹ ਨਾਮ ਜਿਹੜਾ ਹੈ ਉਹ ਠਾਕੁਰ ਦਾ ਇਹਦੇ ਵਿੱਚ ਰੱਖਿਆ ਗਿਆ ਹੈ। ਕਹਿਣ ਦਾ ਮਤਲਬ ਇਹ ਸੱਚਾਈ ਦੇ ਨਾਲ ਲਬਰੇਜ਼ ਹੈ ਤੇ ਸਦਾ ਅਮਰ ਰਹਿਣ ਵਾਲੀ ਵਿਚਾਰਧਾਰਾ ਹੈ। ਜਿਸ ਕਾ ਸਬਸ ਆਧਾਰੋ, ਤੇ ਸਾਰਿਆਂ ਦਾ ਆਧਾਰ ਹੈ, ਸਪੋਰਟ ਹੈ, ਸਾਰੀ ਦੁਨੀਆ ਨੂੰ ਸਪੋਰਟ ਹੈ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜੇ ਕੋ ਖਾਵੈ ਜੇ ਕੋ ਪੁੰਚੈ। ਇਹ ਵਿਚਾਰਧਾਰਾ ਨੂੰ, ਮਾਫ ਕਰਨਾ, ਅਸੀਂ ਲੰਗਰ ਬੜੀ ਬੜੀ ਛਕਨੇ ਆਂਦੇ, ਹਰ ਬੰਦਾ ਛਕਦਾ, ਪਰ ਇਹ ਵਿਚਾਰਧਾਰਾ ਨੂੰ ਛਕ ਕੇ ਜੀਣ ਵਾਲਾ, ਪਛਾਣ ਵਾਲਾ, ਵੀ ਬੰਦੇ ਦੇ ਜੀਵਨ ਦਾ ਆਸਰਾ ਬਣ ਜਾਏ, ਉਹ ਵਿਰਲੇ ਨੇ। ਜਗ ਮੈਂ ਉੱਤਮ ਕਾਢੀਆਂ ਵਿਰਲੇ ਕਈ ਕੇ। ਇਸ ਕਰਕੇ ਗੁਰੂ ਸਾਹਿਬ ਨੇ ਨਾ ਸਾਨੂੰ ਭੁਲੇਖੇ 'ਚ ਨਹੀਂ ਰੱਖਿਆ। ਮੈਂ ਇੱਕ ਵਾਰੀ ਰਾਜਸਥਾਨ ਦੇ ਵਿੱਚ ਲਾਅ ਕਾਲਜ ਦੇ ਵਿੱਚ ਸੀ ਤੇ ਉੱਥੇ ਲੈਕਚਰ ਕੀਤਾ ਤੇ ਕੁਝ ਨੌਜਵਾਨ ਥੋੜ੍ਹੇ ਜਿਹੇ ਦੁਖੀ ਜਿਹੇ ਹੋ ਕੇ ਕਹਿਣ ਲੱਗੇ, ਵਿਚਾਰਧਾਰਾ ਤੇ ਤੁਹਾਡੀ ਬਹੁਤ ਵਧੀਆ ਹੈ, ਪਰ ਫਲਾਣੇ ਸਿੱਖ ਨੇ ਕੰਮ ਕੀਤਾ ਸੀ, ਫਲਾਣੇ ਸਿੱਖ ਨੇ ਕੰਮ ਕੀਤਾ ਸੀ। 2-4 ਐਗਜ਼ਾਮਪਲਾਂ ਮੇਰੇ ਸਾਹਮਣੇ ਰੱਖ ਦਿੱਤੀਆਂ ਵੀ ਤੁਹਾਡਾ ਫਿਰ ਪ੍ਰੈਕਟੀਕਲ ਤੇ ਨਹੀਂ ਹੈ। ਮੈਂ ਕਿਹਾ ਵੀ ਅਸਲ ਦੇ ਵਿੱਚ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹੀ। ਗੁਰੂ ਸਾਹਿਬ ਸਾਰੀ ਦੁਨੀਆ ਨੂੰ ਕੇਵਲ ਲਿਬਾਸ ਨੂੰ, ਬਾਹਰੀ ਦਿੱਖ ਨੂੰ ਧਰਮੀ ਕਹਿ ਹੀ ਨਹੀਂ ਰਹੇ। ਉਹ ਤੇ ਜੇ ਤੁਸੀਂ ਪੜ੍ਹ ਲਓਗੇ, ਤੁਸੀਂ ਕਦੀ ਨਹੀਂ ਕਹੋਗੇ ਵੀ ਸਿੱਖ ਨੇ ਸਾਨੂੰ ਧੋਖਾ ਦਿੱਤਾ, ਕਿਉਂਕਿ ਤੁਸੀਂ ਹੋਰ ਅਲਰਟ ਹੋ ਜਾਓਗੇ। ਗੁਰੂ ਸਾਹਿਬ ਜੀ ਕਹਿੰਦੇ ਨੇ ਹਰ ਬੰਦਾ ਧਰਮੀ ਹੋਣ ਦਾ ਸਭ ਕਹਤੇ ਹੈ ਪਾਇਆ, ਘਾਟ ਨਾ ਕਿ ਨਹੀਂ ਕਹਾਇਆ। ਇਸ ਕਰਕੇ ਉਹਦੇ ਐਕਸ਼ਨ ਵੇਖ ਕੇ ਪਰਖ ਕੇ ਫੈਸਲਾ ਕਰੋ। ਇਸ ਕਰਕੇ ਗੁਰੂ ਸਾਹਿਬ ਨੇ ਜਿਹੜਾ ਧੋਖੇ ਤੋਂ ਜਿਹੜਾ ਬਚਾ ਲਿਆ ਹੈ। ਤੇ ਇਸ ਲਈ ਗੁਰੂ ਸਾਹਿਬ ਜੀ ਜਦੋਂ ਇਹ ਕਹਿ ਰਹੇ ਨੇ ਜੇ ਕੋ ਪੁੰਚਾ ਤਿਸਕਾ ਹੋਏ ਉਦਾਰੋ, ਉਹਦਾ ਉਦਾਰ ਹੋਏਗਾ। ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰਖੂਰ ਤਾਰੋ। ਇਹ ਵਿਚਾਰਧਾਰਾ ਕਦੇ ਵੀ ਤਿਆਗੀ ਨਹੀਂ ਜਾ ਸਕਦੀ। ਕਿਵੇਂ ਨਹੀਂ ਤਿਆਗੀ ਜਾ ਸਕਦੀ? ਅੱਜ ਸਾਰੀ ਦੁਨੀਆ ਨੂੰ ਏਕਤਾ ਲਈ, ਇੱਕ ਪਿਤਾ ਇੱਕ ਇਸਕੇ ਹਮ ਬਾਰਕ ਲਈ ਕਾਨੂੰਨ ਬਣਾਉਣੇ ਪਏ ਨੇ। ਇੱਥੇ ਤੁਸੀਂ ਵੇਖੋ, ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ ਨਾ ਗੁਰੂ ਸਾਹਿਬ ਨੇ। ਫਸਟ ਫੈਮਿਨਿਜ਼ਮ ਵਾਲੀ ਵੇਵ ਸੀ, ਸੈਕੰਡ ਵੇਵ ਆਫ ਫੈਮਿਨਿਜ਼ਮ, ਥਰਡ ਵੇਵ ਆਫ ਫੈਮਿਨਿਜ਼ਮ, ਪੋਸਟ ਫੈਮਿਨਿਜ਼ਮ ਦੀਆਂ ਗੱਲਾਂ ਚੱਲਦੀਆਂ। ਤੇ ਕਿੰਨੇ ਲੋਕਾਂ ਦੀ એનર્ਜੀ ਲਾ ਕੇ ਅੱਜ ਡਿਸਕ੍ਰਿਮੀਨੇਸ਼ਨ, ਅੱਜ ਵੀ ਜਿਹੜਾ ਪਾਲਿਸੀਜ਼ ਜਾਂ ਸੈਨੇਟ ਦੇ ਵਿੱਚ ਜਾਂ ਕਾਂਗਰਸ ਦੇ ਵਿੱਚ ਮੈਂਬਰ ਹੋਣ, ਔਰਤਾਂ ਵੱਲੋਂ ਕਿਹਾ ਜਾਂਦਾ ਵੀ ਸਾਡੀ ਵੀ ਬਰਾਬਰ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ। ਇਹ ਗੁਰੂ ਸਾਹਿਬ ਨੇ ਸਦੀਆਂ ਪਹਿਲਾਂ ਬਾਣੀ ਦੇ ਵਿੱਚ ਦਰਜ ਕਰ ਦਿੱਤੀ, ਕਿਉਂਕਿ ਇਹਨੂੰ ਤਿਆਗ ਕੇ ਸੁਸਾਇਟੀ ਚੱਲ ਹੀ ਨਹੀਂ ਸਕਦੀ, ਰਨ ਹੀ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਧਿਰ ਦੇ ਨਾਲ ਇਨਜਸਟਿਸ ਹੋਵੇ ਤੇ ਉਹ ਸਮਾਜ ਨੂੰ ਰਨ ਨਹੀਂ ਕੀਤਾ ਜਾ ਸਕਦਾ, ਉਹ ਬੰਦੇ ਸੁਖੀ ਨਹੀਂ ਰਹਿ ਸਕਦੇ। ਇਸ ਕਰਕੇ ਜਿਹੜੀ ਇਹ ਵਿਚਾਰਧਾਰਾ ਹੈ ਨਾ, ਅਸੀਂ ਭਾਵੇਂ ਡਾਇਰੈਕਟਲੀ ਸਿੱਧੇ ਸਿੱਖ, ਵੈਸੇ ਸਾਨੂੰ ਕ੍ਰੈਡਿਟ ਜਾਣਾ ਚਾਹੀਦਾ ਸੀ ਵੀ ਹਰ ਥਾਂ ਤੇ ਅਸੀਂ ਅਪਣਾ ਕੇ ਇੰਨਾ ਵਧੀਆ ਸਮਾਜ ਸਿਰਜ ਦਿੰਦੇ, ਪਰ ਸਾਰੀ ਦੁਨੀਆ ਨੇ ਉਹਦੇ ਮੁਤਾਬਕ ਕਾਨੂੰਨ ਬਣਾਏ ਨੇ, ਉਹਦੇ ਮੁਤਾਬਕ ਜੀਣਾ ਸਿੱਖ ਰਹੇ ਨੇ। ਭਾਵੇਂ ਇਕੁਐਲਿਟੀ ਦੀ ਗੱਲ ਹੋਵੇ, ਹੋਰ ਪਾਲਿਸੀਜ਼ ਦੀਆਂ ਗੱਲ ਹੋਵੇ। ਇਸ ਕਰਕੇ ਇਹਨੂੰ ਤਿਆਗ ਕੇ ਨਿਤ ਨਿਤ ਰਾਖੂ ਉਤਾਰੋ। ਤਿਆਗ ਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਜੀ ਨਹੀਂ ਸਕੋਗੇ, ਇਹਨੂੰ ਅਪਣਾ ਕੇ ਆਪਣੇ ਮਨ ਦੇ ਵਿੱਚ ਧਾਰਨ ਕਰਕੇ ਰੱਖੋ। ਤਮ ਸੰਸਾਰ, ਇਹ ਸੰਸਾਰ ਦੇ ਵਿੱਚ ਹਨੇਰਾ ਹੈ, ਇਕਨੋਮਿਕ ਹਨੇਰਾ ਹੈ, ਜਿਹੜੀਆਂ ਬੰਦਿਆਂ ਨਾਲ ਧੱਕਾ ਹੋ ਰਿਹਾ, ਪੋਲੀਟੀਕਲੀ ਹਨੇਰਾ ਹੈ, ਸੁਸਾਇਟੀ ਦੇ ਵਿੱਚ ਹਨੇਰਾ, ਬੜੀਆਂ ਸੋਸ਼ਲ ਈਵਲਸ ਤੇ ਅੱਜ ਵੀ ਕੰਮ ਕਰਨ ਦੀ ਲੋੜ ਹੈ। ਤੇ ਬੰਦੇ ਦਾ ਓਵਰਆਲ ਬਿਹੇਵ ਹੈ ਜਿਹੜਾ, ਉਹ ਵੀ ਅਗਿਆਨਤਾ ਦੇ ਬੇਸ ਹੈ। ਤੇ ਇਸ ਕਰਕੇ ਜਿਹੜਾ ਇਹ ਮਲਟਾਈ ਜਿਹੜੀ ਡਾਇਮੈਂਸ਼ਨਲ ਹਨੇਰਾ ਹੈ, ਗੁਰੂ ਸਾਹਿਬ ਜੀ ਕਹਿੰਦੇ ਨੇ ਤਮ ਸੰਸਾਰ ਚਰਨ ਲਗ ਤਰੀਆ। ਇਹਦਾ ਕੇਵਲ ਇੱਕੋ ਹੀ ਗੱਲ ਹੈ, ਇੱਥੋਂ ਤਰਿਆ ਜਾ ਸਕਦਾ ਚਰਨ ਨਾਲ, ਸ਼ਬਦ ਨਾਲ ਜੁੜ ਕੇ। ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਸਭ ਨਾਨਕ ਬ੍ਰਹਮ ਪਸਾਰੋ। ਜਦੋਂ ਤੱਕ ਅਸੀਂ ਇਹ ਨਹੀਂ ਸਮਝ ਲੈਂਦੇ ਵੀ ਹਰ ਥਾਂ ਤੇ ਬ੍ਰਹਮ ਦਾ ਹੀ ਪਸਾਰ ਹੈ, ਫਿਰ ਅਸੀਂ ਧਰਤੀ ਨਾਲ ਇਨਸਾਫ ਕਰਾਂਗੇ, ਸਾਰੀ ਕੁਦਰਤ ਨਾਲ, ਪੋਲਿਊਸ਼ਨ ਤੋਂ ਰੋਕ ਕੇ। ਫਿਰ ਦੂਸਰੀਆਂ ਕ੍ਰੀਚਰਸ, ਸਪੀਸੀਜ਼ ਦੇ ਲਈ ਜਿਵੇਂ ਐਨੀਮਲ ਰਾਈਟ ਨੇ, ਬੰਦਾ ਇਨਸਾਫ ਕਰੇਗਾ। ਫਿਰ ਸਾਰੀ ਹਿਊਮੈਨਿਟੀ ਦੇ ਨਾਲ ਇਨਸਾਫ ਹੋਏਗਾ, ਕਿਉਂਕਿ ਸਾਰਿਆਂ ਦੇ ਵਿੱਚ ਬ੍ਰਹਮ ਦਾ ਪਸਾਰਾ ਹੈ। ਇਹਦੇ ਉੱਤੇ ਬੇਸ ਹੈ ਇਹ ਵਿਚਾਰਧਾਰਾ ਆ ਜਿਹੜੀ ਮੁੰਦਾਵਣੀ ਦੀ।
ਹੁਣ ਆ ਸ਼ਬਦ ਆ ਆਪਾਂ ਸੰਖੇਪ ਦੇ ਵਿੱਚ, ਕਿਉਂਕਿ ਸਮਾਂ ਸੀ ਤੇ ਸੰਖੇਪ 'ਚ ਵਿਚਾਰ ਕੀਤੀ ਹੈ। ਜੇ ਇਹਦੀ ਪੂਰੀ ਵਿਚਾਰ ਕਰਨੀ ਹੋਵੇ ਤੇ ਭਾਵੇਂ ਸਾਲ ਅਸੀਂ ਵੱਖ-ਵੱਖ ਟੌਪਿਕ ਦੇ ਉੱਤੇ ਵੀ ਇਹਨਾਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਸਪੋਰਟ ਕਰਦੇ ਨੇ, ਇੱਕ ਡਾਈਮੈਂਸ਼ਨ ਨੂੰ, ਐਸਪੈਕਟਸ ਆਫ ਲਾਈਫ ਨੂੰ। ਤੇ ਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਕਰਨ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਦਿਆਂ ਹੋਇਆਂ ਅਸੀਂ ਆਪਣਾ ਜੀਵਨ ਸਮਰਪਿਤ ਕਰਕੇ, ਜਾਂ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰਾ ਨਾਮ ਜਪਾਵੈ, ਉਹਦੇ ਮੁਤਾਬਕ ਜੀ ਸਕੀਏ। ਗੁਰੂ ਸਾਹਿਬ ਜੀ ਸਾਡੇ ਸਾਰਿਆਂ ਤੇ ਕਿਰਪਾ ਕਰਨ। ਦਾਸ ਵੱਲੋਂ ਸਮੂਹ ਸਾਧ ਸੰਗਤ ਦਾ ਧੰਨਵਾਦ।